Hello, everyone, and welcome back. And thank you for supporting us. I'm starting the way I usually start. ਅੱਜ ਮੈਂ ਪਰ ਪੰਜਾਬੀ ਚ ਗੱਲ ਕਰਾਂਗੀ ਤੁਹਾਡੇ ਸਾਰਿਆਂ ਨਾਲ ਬਹੁਤ ਇੱਕ ਇਮੋਸ਼ਨਲ ਅਪੀਲ ਲੈ ਕੇ ਮੈਂ ਤੁਹਾਡੇ ਸਾਹਮਣੇ ਅੱਜ ਹਾਜ਼ਰ ਹੋਈ ਹਾਂ। ਇਮੋਸ਼ਨਲ ਅਪੀਲ ਇਸ ਕਰਕੇ ਹੈ ਕਿ ਮੈਂ ਯੂਜੂਲੀ ਇੱਕ ਦਿਨ ਦੇ ਵਿੱਚ ਕਈ ਵਾਰੀ 6 ਤੋਂ 10 ਕਾਲਸ ਜਿਹੜੀਆਂ ਹੈਗੀਆਂ ਡੋਮੈਸਟਿਕ ਵਾਇਲੈਂਸ ਲੈ ਕੇ ਉਹ ਅਟੈਂਡ ਕਰ ਲੈਂਦੀ ਹੁੰਦੀ ਹਾਂ ਔਰ ਕਦੀ ਵੀ ਐਦਾਂ ਮਹਿਸੂਸ ਕਿ ਬ੍ਰੇਨ ਡਰੇਨ ਹੋਇਆ ਹੈ। ਪਰ ਅੱਜ ਇੱਕ ਮਸਲਾ ਇੱਕ ਮਾਮਲਾ ਜਿਹੜਾ ਹੈਗਾ ਸਵੇਰ ਦਾ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹਾਂ ਬਟ ਉਹਦੇ ਵਿੱਚ ਨਾ ਹੀ ਸਿਰਫ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਮੇਰੀ ਬ੍ਰੇਨ ਜਿਹੜੀ ਹੈਗੀ ਉਹ ਐਗਜ਼ੌਸਟ ਹੋ ਗਈ ਹੈ ਇਹ ਸੋਚ ਕੇ ਕਿ ਇੱਕ ਅਬਿਊਜ਼ਰ ਜੋ ਹੈ ਉਹ ਕਿੰਨੇ ਤਰੀਕਿਆਂ ਨਾਲ ਆਪਣਾ ਜੋ ਜਾਲ ਵਿਛਾ ਸਕਦਾ ਇੱਕ ਮਾਸੂਮ ਜੀ ਜ਼ਿੰਦਗੀ ਆਪਣੀ ਵਾਈਫ ਦੀ ਔਰ ਛੋਟੇ ਛੋਟੇ ਬੱਚਿਆਂ ਦੀ ਕਹਿ ਲੋ ਕਿ ਸਫੋਕੇਟ ਕਰਨ ਲਈ ਔਰ ਉਹ ਚੀਜ਼ ਨੂੰ ਸੋਚ ਕੇ ਕਿ ਕਿੱਥੇ ਕਿੱਥੇ ਜਾਲ ਵਿਛਾਇਆ ਜਾ ਸਕਦਾ ਹੈ ਕਿੱਥੇ ਕਿੱਥੇ ਤੋਂ ਇੱਕ ਇੱਕ ਹਿਊਮਨ ਬੀਇੰਗ ਦਾ ਗਲਾ ਘੋਟਿਆ ਜਾ ਸਕਦਾ ਹੈ ਕਿੱਥੋਂ ਕਿੱਥੋਂ ਸਪੋਰਟ ਜਿਹੜੀ ਹੈਗੀ ਆ ਉਹ ਇਨਸਾਨ ਦੀ ਲਿੱਤੀ ਜਾ ਸਕਦੀ ਹੈ ਔਰ ਕਿੱਥੋਂ ਕਿੱਥੋਂ ਕਹਿ ਲੋ ਕਿ ਪੈਰ ਕੱਟੇ ਜਾ ਸਕਦੇ ਆ ਇਨਸਾਨ ਦੇ ਤੇ ਉਹ ਸਵੇਰ ਦੀ ਇੱਕ ਹੀ ਜਿਹੜੀ ਕਾਲ ਹੈਗੀ ਹੈ ਇਦਾਂ ਦੀ ਸੀ ਇੱਕ ਅਪੀਲ ਇੱਕ ਰਿਕੁਐਸਟ ਇਦਾਂ ਦੀ ਮੇਰੇ ਕੋਲ ਆਈ ਹੋਈ ਸੀ ਕਿ ਕਨਸਟੈਂਟ ਜਿਹੜੀ ਇੱਕ ਰਿਕੁਐਸਟ ਪੈ ਰਹੀ ਸੀ ਕਿ ਮਦਦ ਦੀ ਗੁਹਾਰ ਹੈ ਇੰਪੋਰਟੈਂਟ ਹੈ ਪਲੀਜ਼ ਮੇਰੀ ਕਾਲਸ ਅਟੈਂਡ ਕੀਤੀਆਂ ਜਾਣ ਪਲੀਜ਼ ਮੇਰੇ ਨਾਲ ਗੱਲਬਾਤ ਕੀਤੀ ਜਾਏ ਇਸ ਟਾਈਮ ਸਮਾਜ ਦੇ ਵਿੱਚ ਉਹ ਲੋਕਾਂ ਦੀ ਲੋੜ ਹੈਗੀ ਹੈ ਜਿਹੜੇ ਇਸ ਮਸਲਿਆਂ ਦੇ ਵਿੱਚ ਜਾਂ ਇਹ ਮਾਮਲਿਆਂ ਦੇ ਵਿੱਚ ਸਾਡੇ ਅੱਗੇ ਆਉਂਦੇ ਨੇ ਤੇ ਆ ਕੇ ਮਦਦ ਕਰਦੇ ਨੇ ਇਸ ਟਾਈਮ ਮੈਨੂੰ ਉਹ ਲੋਕਾਂ ਦੀ ਉਹਨਾਂ ਹੱਥਾਂ ਦੀ ਉਹਨਾਂ ਅੱਖਾਂ ਦੀ ਉਹਨਾਂ ਜ਼ੁਬਾਨਾਂ ਦੀ ਲੋੜ ਮਹਿਸੂਸ ਹੋ ਰਹੀ ਹੈ ਜਿਹੜੇ ਕਿਸੇ ਦੀ ਵੀ ਮਦਦ ਦੇ ਵਿੱਚ ਆ ਕੇ ਖੜੇ ਹੋ ਜਾਂਦੇ ਆ ਔਰ ਆ ਕੇ ਬਿਨਾਂ ਝਿਜਕ ਮਦਦ ਕਰਦੇ ਆ ਮੈਂ ਇਸ ਕਰਕੇ ਕਹਿ ਰਹੀ ਹਾਂ ਮੈਂ ਅੱਜ ਤੱਕ ਕਦੀ ਵੀ ਕਿਸੇ ਤੋਂ ਮਦਦ ਦੀ ਅਪੀਲ ਨਹੀਂ ਕੀਤੀ ਹੈ ਅੱਜ ਮੈਂ ਇਸ ਕਰਕੇ ਕਹਿ ਰਹੀ ਹਾਂ ਕਿਉਂਕਿ ਆਪਣੇ ਆਪ ਨੂੰ ਮੈਂ ਇੰਨਾ ਜ਼ਿਆਦਾ ਕਿਸੇ ਬੋਝ ਹੇਠਾਂ ਮਹਿਸੂਸ ਕਰ ਰਹੀ ਹਾਂ ਕਿ ਉਹ ਵੀ ਇਸ ਕਰਕੇ ਕਿ ਮੈਂ ਇੱਥੇ ਬਹਿ ਕੇ ਐਡਲੇਡ ਦੇ ਵਿੱਚ ਬਹਿ ਕੇ ਮੈਲਬਨ ਦੇ ਵਿੱਚ 100% ਮਦਦ ਦੇਣ ਦੇ ਵਿੱਚ ਕਾਮਯਾਬ ਨਹੀਂ ਹੋ ਰਹੀ ਹਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹਾਂ ਬਟ ਮੈਨੂੰ ਆਪਣੇ ਮੈਲਬਨ ਦੇ ਫਰੈਂਡਸ ਜਿਹੜੇ ਨੇ ਮੇਰੇ ਜਿਹੜੇ ਮੈਲਬਨ ਦੇ ਜਿਹੜੇ ਸਟਰੋਂਗ ਥੰਮ ਨੇ ਇਸ ਕਮਿਊਨਿਟੀ ਦੇ ਖਾਸ ਤੌਰ ਪੰਜਾਬੀ ਕਮਿਊਨਿਟੀ ਦੇ ਉਹਨਾਂ ਨੂੰ ਗੁਹਾਰ ਲਾਉਣ ਦੀ ਮੈਨੂੰ ਲੋੜ ਪੈ ਰਹੀ ਹੈ ਅੱਜ ਉਹਨਾਂ ਤੋਂ ਮਦਦ ਮੰਗਣ ਦੀ ਲੋੜ ਪੈ ਰਹੀ ਹੈ ਮੇਰੇ ਨਾਲ ਸਾਡੀ ਹੀ ਪੰਜਾਬੀ ਕਮਿਊਨਿਟੀ ਦੀ ਭੈਣ ਨੇ ਮਨਦੀਪ ਕੌਰ ਉਹ ਨਾਲ ਜੁੜੇ ਹੋਏ ਨੇ ਲਾਈਵ ਸਟ੍ਰੀਮ ਕਰ ਰਹੇ ਆ ਮੇਰੇ ਨਾਲ ਮੈਲਬਨ ਵਾਲਿਓ ਜਾਗੋ ਮੈਲਬਨ ਵਾਲਿਓ ਮਦਦ ਦੇ ਵਿੱਚ ਤੇ ਉਤਰੋ ਮੈਲਬਨ ਵਾਲਿਓ ਉੱਠੋ ਇਕੱਠੇ ਹੋਵੋ ਤੇ ਸਾਡੀ ਮਦਦ ਕਰੋ ਇਹ ਮੈਂ ਅੱਜ ਕਹਿਣਾ ਚਾਹੁੰਦੀ ਹਾਂ ਸਾਡੀ ਮੈਂ ਇਸ ਕਰਕੇ ਕਹਿ ਰਹੀ ਹਾਂ ਯੂਜੂਲੀ ਮੈਨੂੰ ਜਦੋਂ ਵੀ ਕਿਤੋਂ ਵੀ ਕੋਈ ਕਾਲ ਆਉਂਦੀ ਹੈ ਮੈਂ ਬੇਝਿਜਕ ਆਪਣੀ ਫਲਾਈਟ ਬੁੱਕ ਕਰਕੇ ਵੀ ਉਸ ਸਟੇਟ ਦੇ ਵਿੱਚ ਚਲੀ ਜਾਂਦੀ ਹਾਂ ਕੋਵਿਡ ਨੇ ਨਾ ਹੀ ਸਾਡੇ ਜਿਹੜੇ ਰੋਜ਼ਮर्रा ਦੇ ਕੰਮ ਹੈ ਉਹ ਰੋਕਦੇ ਆ ਬਲਕਿ ਸਾਡੀ ਜਿਹੜੀ ਮਦਦ ਦੇਣ ਦੀ ਸ਼ਮਤਾ ਹੈਗੀ ਆ ਉਹਨੂੰ ਵੀ ਘਟਾਤਾ ਹੈ ਮਨਦੀਪ ਤੁਸੀਂ ਸਾਡੇ ਨਾਲ ਲਾਈਵ ਸਟ੍ਰੀਮ ਤੇ ਹੋ ਤੁਸੀਂ ਮੇਰੇ ਤੋਂ ਵੀ ਜ਼ਿਆਦਾ ਐਗਜ਼ੌਸਟਡ ਹੋ ਕਿਉਂਕਿ ਤੁਸੀਂ ਇੰਨੇ ਹਫ਼ਤਿਆਂ ਤੋਂ ਐਜ਼ ਅ ਸਿੰਗਲ ਮਦਰ ਜੂਝ ਰਹੇ ਹੋ ਉਹ ਹਾਲਾਤਾਂ ਨਾਲ ਜਿਹੜੇ ਰੱਬ ਨਾ ਕਰੇ ਕਿਸੇ ਦੇ ਉੱਤੇ ਆਣ ਬਟ ਤੁਸੀਂ ਕਿੰਨੇ ਸਾਲਾਂ ਤੋਂ ਵੀ ਇੱਕ ਤਰਾਸਦੀ ਸਹਿ ਰਹੇ ਹੋ ਜੋ ਕਿ ਕਿਸੇ ਦੀ ਜ਼ਿੰਦਗੀ ਦੇ ਵਿੱਚ ਨਹੀਂ ਆਉਣੀ ਚਾਹੀਦੀ ਮੈਨੂੰ ਜਿਹੜੇ ਵਰਡਸ ਅੱਜ ਪਹਿਲੀ ਵਾਰ ਆਈ ਐਮ ਲੂਜ਼ਿੰਗ ਦੋਜ਼ ਵਰਡਸ ਤੇ ਸਵੇਰ ਦੀ ਮੈਂ ਤੁਹਾਡੇ ਨਾਲ ਫੋਨ ਤੇ ਜੁੜੀ ਹੋਈ ਆ ਅਸੀਂ ਫਾਈਨਲੀ ਇਹੀ ਡਿਸਾਈਡ ਕੀਤਾ ਕਿ ਸਾਨੂੰ ਲਾਈਵ ਆ ਕੇ ਜਿਹੜੀ ਹੈਲਪ ਹੈਗੀ ਆ ਉਹ ਸਾਰਿਆਂ ਤੋਂ ਮੰਗਣੀ ਚਾਹੀਦੀ ਹੈ ਯੂ ਹੈਵ ਟੇਕਨ ਦ ਮੋਸਟ ਬ੍ਰੇਵੈਸਟ ਸਟੈਪ you have taken that step to break those chains ਜਿਹੜੀਆਂ 12 ਸਾਲ ਤੋਂ ਤੁਹਾਡੀ ਪੈਰਾਂ ਦੇ ਵਿੱਚ ਬੇੜੀਆਂ ਵਾਂਗੂ ਜਕੜ ਕੇ ਤੁਹਾਨੂੰ ਰੱਖਿਆ ਹੋਇਆ ਸੀਗਾ ਤੁਸੀਂ ਉਹ ਚੇਨਸ ਤੋੜਤੀਆਂ ਨੇ ਆਪਣੇ ਬੱਚਿਆਂ ਲਈ ਤੋੜੀਆਂ ਨੇ ਬਟ ਹੁਣ ਜਿਹੜੀ ਲਾਈਫ ਹੈ ਜਿਹੜੀ ਸਟਾਰਟ ਹੁੰਦੀ ਹੈ ਉੱਥੇ ਤੁਹਾਨੂੰ ਬਹੁਤ ਜ਼ਿਆਦਾ ਸਟਰੋਂਗ ਰਹਿਣਾ ਪੈਣਾ ਜੋ ਕਿ ਤੁਸੀਂ ਪਹਿਲਾ ਕਦਮ ਚੱਕ ਲਿਆ
ਬਟ ਕਮਿਊਨਿਟੀ ਦੇ ਅਸੀਂ ਹੱਕ ਫੇਸ ਕਰ ਰਹੇ ਕਰਕੇ ਮੰਗ ਰਹੇ ਹਾਂ, ਕਿਉਂਕਿ ਜਿਹੜੀ ਛੋਟੀ ਛੋਟੀ ਚੀਜ਼ਾਂ ਤੁਸੀਂ ਮੈਨੂੰ ਅੱਜ ਫੋਨ ਕਰਕੇ ਪੁੱਛ ਰਹੇ ਹੋ, ਛੋਟੀ ਛੋਟੀ ਚੀਜ਼ਾਂ ਤੇ ਤੁਸੀਂ ਪਰੇਸ਼ਾਨ ਹੋ ਰਹੇ ਹੋ, ਅੱਜ ਤੁਹਾਡੇ ਲਈ ਬਹੁਤ ਵੱਡੀਆਂ ਬਣ ਗਈਆਂ, ਕਿਉਂਕਿ ਉਹ ਛੋਟੀ ਜਿਹੀ ਇਨਫੋਰਮੇਸ਼ਨ ਜਿਹੜੀ ਹੈਗੀ ਜੇ ਸਾਨੂੰ ਟਾਈਮ ਤੇ ਨਹੀਂ ਮਿਲ ਰਹੀ ਹੈ, ਤਾਂ ਉਹ ਇੱਕ ਬਵਾਲ ਸਾਡੇ ਲਈ ਖੜਾ ਕਰ ਰਹੀ ਹੈ ਜ਼ਿੰਦਗੀ ਦੇ ਵਿੱਚ। ਇੱਕ ਛੋਟਾ ਜਿਹਾ ਕੰਮ ਜੋ ਅੱਜ ਪੁਲਿਸ ਸਟੇਸ਼ਨ ਦੇ ਵਿੱਚ ਆਈ ਥਿੰਕ ਹਾਫ ਐਨ ਆਵਰ ਦੇ ਵਿੱਚ ਹੋ ਜਾਣਾ ਸੀਗਾ, it took you 2.5 hours with two little kids। ਇੱਕ ਤੁਹਾਡਾ 10 ਦਾ ਬੱਚਾ, ਇੱਕ ਤੁਹਾਡਾ 2 ਸਾਲ ਦਾ ਬੱਚਾ, ਤੁਸੀਂ ਆਪਣੇ ਬੱਚੇ ਨੂੰ ਲੈ ਕੇ ਪੁਲਿਸ ਸਟੇਸ਼ਨ ਦੇ ਵਿੱਚ 2.5 hours ਲਈ ਬੈਠੇ ਹੋ। ਥੈਂਕ ਗੁੱਡਨੈਸ ਵੀ ਆਪਾਂ ਫੋਨ ਤੇ ਸੀਗੇ, ਆਈ ਵਾਸ ਏਬਲ ਟੂ ਗਾਈਡ ਯੂ ਐਸ ਆਈ ਕੈਨ ਫਰਮ ਹੇਅਰ। ਬਟ ਜੇ ਉੱਥੋਂ ਮੈਲਬਨ ਦੇ ਵਿੱਚ ਦੇਰ ਆਰ ਅਮੇਜ਼ਿੰਗ ਪੀਪਲ ਇਨ ਮੈਲਬਨ ਜੋ ਕਿ ਮਦਦ ਦੇ ਉੱਤੇ ਇੱਕੋ ਹੀ ਪੁਕਾਰ ਤੇ ਇੱਕੋ ਹੀ ਗੁਹਾਰ ਤੇ ਆ ਜਾਂਦੇ ਨੇ, ਤੇ ਜੇ ਕਿਤੇ ਆਪਾਂ ਉਹਨਾਂ ਤੱਕ ਇਨਫੋਰਮੇਸ਼ਨ ਪਹਿਲਾਂ ਪਹੁੰਚਾ ਦਿੰਦੇ ਜਾਂ ਈਵਨ ਹੁਣ ਵੀ ਪਹੁੰਚਾ ਰਹੇ, ਆਮ ਸ਼ੋਰ ਜਿਹੜੀ ਖੱਜਲ ਖੁਆਰੀ ਮੈਂ ਕਹਿੰਨੀ ਆ ਤੁਹਾਡੇ ਨਾਲ ਛੋਟੀ ਛੋਟੀ ਚੀਜ਼ਾਂ ਨੂੰ ਲੈ ਕੇ ਹੋ ਰਹੀ ਹੈ, ਜੋ ਕਿ ਐਟ ਦੈਟ ਟਾਈਮ ਬਹੁਤ ਜ਼ਿਆਦਾ ਵੱਡੀ ਲੱਗਦੀ ਆ, ਹੋਪਫੁਲੀ ਉਹ ਨਾ ਹੋਵੇ। ਤੁਸੀਂ ਮਨਦੀਪ ਆਪਣੇ ਮੂੰਹੋਂ ਕੀ ਕਹਿਣਾ ਚਾਹੁੰਦੇ ਹੋ, ਕੀ ਦੱਸਣਾ ਚਾਹੁੰਦੇ ਹੋ ਸਾਨੂੰ, ਕਿੱਦਾਂ ਦੀ ਮਦਦ ਜਿਹੜੀ ਹੈਗੀ ਆ ਉਹ ਸਾਡੇ ਮੈਲਬਨ ਵਾਸੀਆਂ ਤੋਂ ਤੁਸੀਂ ਮੰਗਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਦੀਪ ਕੌਰ ਹੈ। ਮੇਰੇ ਤੋਂ ਬੋਲਿਆ ਨਹੀਂ ਜਾ ਰਿਹਾ। ਮੈਂ ਮਤਲਬ 2009 ਚ ਆਈ ਸੀ ਆਸਟ੍ਰੇਲੀਆ, ਮੈਰਿਜ ਕਰਾ ਕੇ। ਚਲੋ ਉਹਦੇ ਬਾਅਦ ਚੋਂ 2 ਮਹੀਨੇ ਬਾਅਦ ਚੋਂ ਹੀ ਡੋਮੈਸਟਿਕ ਵਾਇਲੈਂਸ ਸ਼ੁਰੂ ਹੋ ਗਿਆ ਸੀ। ਫਿਰ ਮੈਂ ਕੁਛ ਨਹੀਂ ਕੀਤਾ। ਇੰਨੇ ਸਾਲਾਂ ਬਾਅਦ ਚੋਂ ਫਸਟ ਟਾਈਮ ਮੈਂ ਅਗਸਤ ਚ ਫਾਈਲ ਕੀਤਾ ਕੇਸ। ਚਲੋ ਇੰਟਰਵੈਂਸ਼ਨ ਆਰਡਰ ਹੋ ਗਏ ਫੁੱਲ, ਮਤਲਬ ਬੱਚੇ ਵੀ ਮੇਰੇ ਕੋਲ, ਬੱਚਿਆਂ ਨੂੰ ਵੀ ਕੰਟੈਕਟ ਨਹੀਂ ਕਰ ਸਕਦੇ ਕੁਛ ਵੀ। ਪਰ ਪ੍ਰੋਬਲਮ ਇੱਥੇ ਆਈ ਕਿ ਜਦੋਂ ਸਾਰਾ ਕੁਛ ਹੋ ਗਿਆ, ਕਹਾਣੀ ਇਹ ਬਣਾਈ ਗਈ ਮੇਰੇ ਹਸਬੈਂਡ ਨੇ ਕਿ ਪੈਸੇ ਮੰਗ ਰਹੇ ਆ ਮਾਇਕੇ ਵਾਲੇ, ਵੀ ਮੈਨੂੰ ਫਾਈਨੈਂਸ਼ੀਅਲ ਹਰਾਸਮੈਂਟ ਕਰ ਰਹੇ ਆ। ਉਹ ਉਹਨਾਂ ਨੇ ਸਟੇਟਮੈਂਟ ਦਿੱਤੀ ਹੋਈ ਹੈ, ਜਿਹੜੇ ਪੁਲਿਸ ਵਾਲੇ ਨੇ ਮੈਨੂੰ ਦੱਸਿਆ, ਬਾਕੀ ਫਰੈਂਡਸ ਤੋਂ ਪਤਾ ਲੱਗਾ। ਤੇ ਹੁਣ ਮੈਂ ਪਹਿਲਾਂ ਜਿਹੜਾ ਵੀ ਸੀ ਫਿਜ਼ੀਕਲ ਅਸੋਲਟ ਵਾਲਾ ਕੇਸ ਕੀਤਾ ਸੀ, ਬਾਅਦ ਚੋਂ ਮੈਨੂੰ ਪੁਲਿਸ ਵਾਲੇ ਕਹਿੰਦੇ ਕਿ ਵੀ ਜੇ ਤੁਸੀਂ ਇਹ ਰੱਖੋਗੇ ਤੇ ਤੁਹਾਡੇ ਬੱਚੇ ਨੂੰ ਕੀ ਕਹਿੰਦੇ ਆ, ਜੇ ਫਾਦਰ ਤੋਂ ਚਾਈਲਡ ਸਪੋਰਟ ਲਓਗੇ ਤਾਂ ਮਿਲਣੀ ਨਹੀਂ, ਜੇ ਉਹਨੂੰ ਵਧੀਆ ਜੌਬ ਨਹੀਂ ਮਿਲੀ ਤਾਂ। ਤੇ ਬਾਅਦ ਚੋਂ ਹੋਰ ਕਿ ਜੇ ਤੁਸੀਂ ਬਾਅਦ ਚੋਂ ਕੀ ਕਹਿੰਦੇ ਆਪਣੇ ਪੇਰੈਂਟਸ ਨੂੰ ਸੱਦਣਾ ਚਾਹੋਗੇ ਤਾਂ ਉਹ ਵੀ ਨਹੀਂ ਸੱਦ ਸਕੋਗੇ, ਕਿਉਂਕਿ ਉੱਥੇ ਕ੍ਰਿਮੀਨਲ ਰਿਕਾਰਡ ਚੱਲ ਜਾਣਾ। ਏਦਾਂ ਦਾ ਕੁਛ ਵੀ ਉਹਨਾਂ ਨੇ ਮੈਨੂੰ ਕਿਹਾ ਸੀ। ਤੇ ਮੈਨੂੰ ਸਮਝ ਨਹੀਂ ਆਇਆ, ਉਦੋਂ ਮੈਂ ਕਿਸੇ ਨੂੰ ਵੀ ਨਹੀਂ ਸੀ ਜਾਣਦੀ, ਤੇ ਮੈਂ 2 ਦਿਨਾਂ ਬਾਅਦ ਚ ਫਿਜ਼ੀਕਲ ਅਸੋਲਟ ਵਾਲਾ ਵਿਡਰੋ ਕਰਾ ਲਿਆ ਸੀ ਕੇਸ। ਅੱਜ ਮੈਂ ਜਦੋਂ ਫਿਰ ਮੇਰੇ ਹਸਬੈਂਡ, ਚਲੋ ਕੋਈ ਕੰਟੈਕਟ ਨਹੀਂ, ਮੇਰੇ ਫਰੈਂਡਸ ਤੋਂ ਹੀ ਪਤਾ ਲੱਗਦਾ ਸੀ ਵੀ ਉਹ ਏਦਾਂ ਕੁਛ ਵੀ ਕਹਿ ਰਹੇ ਕਿ ਵੀ ਪੈਸੇ ਦੇ ਕਰਕੇ ਹੋ ਰਹੀ ਹੈ ਕੁਛ ਵੀ ਹੈ, ਜਦ ਕਿ ਮੈਂ ਕਿਹਾ ਹੁਣ ਤਾਂ ਪੈਸੇ ਦਾ ਐਕਸਕਿਊਜ਼ ਮਿਲ ਗਿਆ, ਪਿਛਲੇ 12 ਸਾਲਾਂ ਤੋਂ ਕਾਹਦਾ ਐਕਸਕਿਊਜ਼ ਦਊਗਾ ਉਹ ਬੰਦਾ। ਚਲੋ ਉਹਦੇ ਬਾਅਦ ਚੋਂ ਕੀ ਕਹਿੰਦੇ ਆ, ਹੁਣ ਮੈਨੂੰ ਜਦੋਂ ਤੁਸੀਂ ਵੀ ਕਿਹਾ ਮੈਮ ਕਿ ਤੁਸੀਂ ਮਤਲਬ ਜਾਓ ਫਿਜ਼ੀਕਲ ਉਹਦਾ ਅਸੌਲਟ ਦੁਬਾਰਾ ਕਰਾਓ ਐਕਟਿਵ, ਤੇ ਮੈਂ ਗਈ ਹਾਂ ਤੇ ਉਹ ਕਹਿੰਦੇ ਵੀ ਤੁਸੀਂ ਏਦਾਂ ਕਰ ਨਹੀਂ ਸਕਦੇ, ਵੀ ਮਤਲਬ ਕਿ ਪਹਿਲਾਂ ਤੁਸੀਂ ਡਿਸਾਈਡ ਨਹੀਂ ਕਰ ਪਾ ਰਹੇ, ਪਹਿਲਾਂ ਤੁਸੀਂ ਕਰਵਾਇਆ ਕੇਸ ਕੀਤਾ ਫਾਈਲ, ਬਾਅਦ ਚੋਂ ਤੁਸੀਂ ਵਿਡਰੋ ਕਰਾ ਲਿਆ। ਮਤਲਬ ਉਦੋਂ ਮੈਨੂੰ ਪਤਾ ਹੀ ਨਹੀਂ ਸੀ ਮੈਂ ਕੀ ਕਰਨਾ ਹੈ, ਮੈਨੂੰ ਸਮਝ ਹੀ ਨਹੀਂ ਸੀ ਲੱਗ ਰਹੀ, ਕਿਉਂਕਿ 2 ਦਿਨ ਹੋਏ ਸੀ ਨਾ ਮੇਰਾ ਕੋਈ ਕਨੈਕਟ ਕਿਸੇ ਨਾਲ, ਮਤਲਬ ਇਸ ਲੀਗਲੀ ਮੈਨੂੰ ਕੁਛ ਪਤਾ ਵੀ ਨਹੀਂ ਸੀਗਾ। ਤੇ ਅੱਜ ਮੈਂ ਗਈ ਤਾਂ ਅੱਜ ਉਹਨਾਂ ਨੇ ਮੈਨੂੰ ਏਦਾਂ ਕਿਹਾ। ਹੋਰ ਮੇਰੇ ਹਸਬੈਂਡ ਮੈਨੂੰ ਮਤਲਬ ਪਹਿਲਾਂ ਤਾਂ ਕੁਛ ਨਹੀਂ, ਪਹਿਲਾਂ ਫੋਨ ਕਰਕੇ ਕਿਸੇ ਨੂੰ ਕੁਛ ਕਹਿ ਰਹੇ, ਕਿਸੇ ਨੂੰ ਕੁਛ ਕਹਿ ਰਹੇ, ਕੱਲ ਪਰਸੋਂ ਦੇ ਮੰਮੀ ਨੂੰ ਫੋਨ ਜਾ ਰਹੇ ਆ। ਪਹਿਲਾਂ ਤਾਂ ਮਾਫੀ ਕਿ ਮੈਂ ਮਤਲਬ ਕਿ ਤੁਹਾਡੇ ਬਾਰੇ ਵੀ ਜੋ ਗਲਤ ਕਿਹਾ, ਜਾਂ ਮਨਦੀਪ ਨੇ ਜਦੋਂ ਲੜ ਕੇ ਮੈਂ ਤੁਹਾਡੇ ਬਾਰੇ ਗਲਤ ਕਹਿਤਾ ਸੀ, ਉਹਦੇ ਲਈ ਮਾਫੀ। ਤੇ ਜੋ ਵੀ ਪਿੱਛੇ ਹੋ ਗਿਆ ਉਹਦੇ ਲਈ ਮਤਲਬ ਮੈਨੂੰ ਕੀ ਕਹਿੰਦੇ ਸਭ ਕੁਛ ਭੁੱਲ ਜਾਓ, ਜ਼ੀਰੋ ਤੋਂ ਸਟਾਰਟ ਕਰੋ। ਤੇ ਏਦਾਂ ਮੰਮੀ ਨੂੰ ਕਹੀ ਜਾਂਦਾ, ਜਦੋਂ ਮੰਮੀ ਕਹਿੰਦੀ ਵੀ ਮੈਂ ਮਨਦੀਪ ਹੀ ਕਰ ਸਕਦੀ, ਆਪਾਂ ਤਾਂ ਕੁਛ ਨਹੀਂ ਕਰ ਸਕਦੇ, ਵੀ ਉੱਥੇ ਜੋ ਬੀਤਦੀ ਉਹਨੂੰ ਪਤਾ। ਵੀ ਮੈਂ ਵੀ ਦੇਖਿਆ ਜਦੋਂ ਮੰਮੀ ਮੇਰੀ 3 ਵਾਰ ਆਏ ਆਸਟ੍ਰੇਲੀਆ, ਉਦੋਂ ਵੀ ਮੈਨੂੰ ਮਤਲਬ ਮੰਮੀ ਦੇ ਸਾਹਮਣੇ ਵੀ ਕੁੱਟਿਆ। ਮੰਮੀ ਕਹਿੰਦੀ ਮੈਂ ਵੀ ਤਾਂ ਆਪਣੀ ਅੱਖੀ ਦੇਖਿਆ, ਪਰ ਕਿਸੇ ਨੂੰ ਕੁਛ ਨਹੀਂ ਦੱਸਿਆ। ਉਹ ਕਹਿੰਦਾ ਮੈਂ ਹੁਣ ਏਦਾਂ ਦਾ ਕੁਛ ਨਹੀਂ ਕਰੂੰਗਾ, ਵੀ ਤੁਸੀਂ ਮੇਰਾ ਘਰ ਵਸਾ ਦਿਓ, ਇਹ ਕਰ ਦਿਓ।
ਫਿਰ ਜਦੋਂ ਮੰਮੀ ਨਹੀਂ ਮਤਲਬ ਮੰਮੀ ਕਹਿੰਦੀ ਮੈਂ ਮਨਦੀਪ ਤੋਂ ਬਿਨਾਂ ਮਤਲਬ ਮਨਦੀਪ ਹੀ ਕਰ ਸਕਦੀ, ਕਹਿੰਦੀ ਨਹੀਂ ਤੁਸੀਂ ਉਹਨੂੰ ਆਪਣੀ 100 ਦੇ ਕੇ ਤੇ ਕੇਸ ਵਾਪਸ ਕਰਾ ਲਓ, ਮੈਂ ਅੱਜ ਦੇ ਬਾਅਦ ਚ ਨਹੀਂ ਮਾਰੂੰਗਾ, ਨਹੀਂ ਲੜੂੰਗਾ। ਤੇ ਵੀ ਜੋ ਵੀ ਹੋਇਆ ਬਈ ਉਹ ਮੇਰੀ ਗਲਤੀ ਸੀ ਜਾਂ ਕੁਛ ਵੀ ਸੀਗਾ, ਉਹਦੀ ਗਲਤੀ ਸੀ ਵੀ ਕੁਛ ਵੀ ਆ, ਵੀ ਮੈਂ ਨਹੀਂ ਹੁਣ ਗਾਂ ਤੋਂ ਕੁਛ ਨਹੀਂ ਹੋਊਗਾ, ਕੋਈ ਹੱਥ ਨਹੀਂ ਚੱਕੂਗਾ। ਤੇ ਮੰਮੀ ਕਹਿੰਦੀ ਵੀ ਜੋ ਮਨਦੀਪ ਹੀ ਕਰ ਸਕਦੀ ਹੈ, ਤਾਂ ਫਿਰ ਉਹ ਕਹਿੰਦਾ ਜੇ ਨਹੀਂ ਲਿਆ ਉਹਨੇ ਕੇਸ ਵਾਪਸ, ਸਾਡੀ 13 ਅਕਤੂਬਰ ਨੂੰ ਹੀਅਰਿੰਗ ਆ, ਤੇ ਜੇ ਨਹੀਂ ਲਿਆ ਤੇ ਉਹ ਕੀ ਕਹਿੰਦੇ ਆ, ਉਹ ਕਹਿੰਦਾ ਕਿ ਵੀ ਜਿਹੜਾ ਡੋਮੈਸਟਿਕ ਵਾਇਲੈਂਸ ਹੈ ਇਹ ਜੇ ਇੱਕ ਕੋਰਟ ਚਲਾ ਗਿਆ ਤੇ ਬੱਚਿਆਂ ਦੇ ਰਿਕਾਰਡ ਤੇ ਵੀ ਚੜ ਜਾਣਾ, ਤੇ ਬੱਚਿਆਂ ਨੂੰ ਵਧੀਆ ਜੌਬ ਨਹੀਂ ਮਿਲਣੀ, ਜੇ ਉਹ ਫਿਊਚਰ ਚ ਗਵਰਨਮੈਂਟ ਜੌਬ ਕਰਨਾ ਚਾਹੋਗੇ ਜਾਂ ਪੋਲਿਟਿਕਸ ਜਾਣਾ ਚਾਹੋਗੇ, ਉਹਨਾਂ ਦਾ ਕਰੀਅਰ ਖਰਾਬ ਹੋ ਜਾਣਾ। ਇਹ ਕਿੱਦਾਂ ਬਲੈਕਮੇਲ ਕਰ ਰਹੇ ਮੇਰੀ ਮੰਮੀ ਨੂੰ, ਕਿਉਂਕਿ ਉਹਨਾਂ ਨੂੰ ਕੁਛ ਵੀ ਨਹੀਂ ਪਤਾ ਉੱਥੇ ਬੈਠੇ ਨੂੰ ਕਿ ਕੀ ਰੂਲ ਹੈ ਇੱਥੇ ਦੇ ਹਿਸਾਬ ਨਾਲ। ਤੇ ਦੂਜਾ ਕਹਿੰਦੇ ਕਿ ਵੀ ਜੇ ਇਦਾਂ ਕੀਤਾ ਤਾਂ ਜਿੱਦਾਂ ਉਹਨਾਂ ਨੇ ਨਾਮ ਲਿਖਾਇਆ ਹੋਇਆ ਕਿ ਵੀ ਮੇਰੇ ਮੰਮੀ ਦੇ ਬਾਰੇ, ਉਹ ਮੇਰੇ ਬ੍ਰਦਰ ਦਾ ਵੀ ਉਹ ਪੈਸੇ ਮੰਗ ਰਹੇ ਸੀਗੇ, ਤੇ ਜੇ ਉਹ ਕੇਸ ਵੀ ਇਸ ਕੇਸ ਦੇ ਨਾਲ ਉਹ ਕੇਸ ਵੀ ਚੱਲੂਗਾ, ਕਿਉਂਕਿ ਮੈਂ ਆਲਰੇਡੀ ਸਟੇਟਮੈਂਟ ਦਿੱਤੀ ਹੋਈ ਆ, ਤੇ ਜੇ ਮਨਦੀਪ ਗਿਲਟੀ ਫੀਲ ਹੋਈ ਤੇ ਮਨਦੀਪ ਨੂੰ ਸਜ਼ਾ ਹੋਊਗੀ। ਏਦਾਂ ਮਤਲਬ ਬਲੈਕਮੇਲ ਕੀਤਾ ਮੈਂ ਮੰਮੀ ਨੂੰ। ਤੇ ਦੂਜਾ ਉਹਨਾਂ ਨੇ ਕਿਹਾ ਕਿ ਕੀ ਕਹਿੰਦੇ ਆ ਹੋਰ ਕਿਸ ਦਾ, ਹਾਂਜੀ, ਕਿ ਜੇ ਮੈਂ ਵੀ ਲਿਖ ਕੇ ਲਾ ਦੂੰਗਾ ਕਿ ਮੇਰੇ ਬੱਚਿਆਂ ਨੂੰ ਨਾਨੀ ਤੋਂ ਤਾਂ ਮਾਮੇ ਤੋਂ ਖਤਰਾ ਆ, ਤੇ ਜੇ ਤੁਸੀਂ ਫਿਊਚਰ ਚ ਜੇ ਤੁਸੀਂ ਸਪੋਰਟ ਵਾਸਤੇ ਮਨਦੀਪ ਤੇ ਹੋਣਾ ਚਾਹੋਗੇ, ਜਦੋਂ ਉਹਨੇ ਜੌਬ ਸਟਾਰਟ ਕੀਤੀ ਤਾਂ ਤੁਸੀਂ ਆ ਨਹੀਂ ਸਕਦੇ ਜਦ ਤੱਕ ਬੱਚੇ 18 ਸਾਲਾਂ ਦੇ ਨਹੀਂ ਹੋ ਜਾਂਦੇ। ਤੇ ਨਾ ਮੈਂ 에어ਪੋਰਟ ਵਾਚ ਵੀ ਲਾਊਂਗਾ ਤਾਂ ਕਿ ਬੱਚੇ ਵੀ ਨਾ ਜਾ ਪਾਉਣ ਕਦੇ ਇੰਡੀਆ। तो करके मैं आज गई सी पुलिस स्टेशन वो भी करवान, तो रिपोर्ट करन के भी इदा फोन किया। तो दूजा मैं जो फिजिकल असोल्ट का भी क्या कि मेरा वो एक्टिव करो, तो वो तो रिपोर्ट लिखा ली जी मैं मतलब कि दसन गई सी भी ब्रीच किया IVO, पर जो फिजिकल असोल्ट वाला वो कहते कि नहीं तुसी अपना की कहते साडा मतलब कि पहला तुसी रिपोर्ट की है, फिर तुसी विड्रॉ करा ली, हुण तुसी दोबारा करना चाहुंदे हो भी ਅਸੀਂ ਇਦਾਂ ਨਹੀਂ ਕਰ ਸਕਦੇ। ਫਿਰ ਮੈਂ ਜਦੋਂ ਉਹਨਾਂ ਨੂੰ ਮੈਮ ਤੇ ਕਹੇ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਮੈਨੂੰ ਰਿਟਰਨ ਚ ਦਿਓ ਫਿਰ ਲਿਖ ਕੇ ਵੀ ਤੁਸੀਂ ਨਹੀਂ ਕਰ ਸਕਦੇ, ਵੀ ਮੈਂ ਤੁਹਾਡੇ ਇੰਚਾਰਜ ਨਾਲ ਗੱਲ ਕਰਨਾ ਚਾਹੁੰਦੀ ਹਾਂ। ਫਿਰ ਉਹਨਾਂ ਨੇ ਕਿਹਾ ਵੀ ਜਿਹੜਾ ਕੀ ਕਹਿੰਦੇ ਜਿਹੜਾ ਕਾਂਸਟੇਬਲ ਸੀਨੀਅਰ ਕਾਂਸਟੇਬਲ ਤੁਹਾਡਾ ਕੇਸ ਦੇਖ ਰਹੀ ਆ ਵੀ ਅਸੀਂ ਉਹਨਾਂ ਨੂੰ ਈਮੇਲ ਕਰ ਦਿੰਦੇ ਆ ਤੇ ਉਹ ਫਿਰ ਤੁਹਾਨੂੰ ਕੰਟੈਕਟ ਕਰੂਗੇ। ਮਨਦੀਪ ਮੈਂ ਨਾ ਇੱਕ ਹੋਰ ਗੱਲ ਇੱਥੇ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਬਹੁਤ ਸਟਰੋਂਗ ਹੋ, ਤੁਸੀਂ ਬਹੁਤ ਬਹੁਤ ਸਟਰੋਂਗ ਹੋ, ਕਿਉਂਕਿ 2002 ਦੀ ਗੱਲ ਕਰ ਰਹੇ ਹੋ, 2020 ਆ ਗਿਆ, 2009 ਮੈਮ 2009 ਤੇ 2020 ਆ ਗਿਆ, 12 ਇਅਰਸ 10 to 12 ਇਅਰਸ ਦਾ ਜਿਹੜਾ ਕਨਸਟੈਂਟ ਇੱਕ ਤੁਸੀਂ ਸਾਈਕਲ ਆ ਉਹ ਤੋੜਿਆ। ਤੁਸੀਂ ਬਹੁਤ ਬਰੇਵ ਹੋ। ਦੋ ਤੁਹਾਡੇ ਬੱਚੇ ਹੈ 10 ਇਅਰਸ ਤੇ 2 ਇਅਰਸ 3 year 10 ਤੇ 3 ਇਅਰਸ, ਹਾਂਜੀ ਤੇ ਤੁਸੀਂ ਉਹਨਾਂ ਦੇ ਨਾਲ ਅੱਜ ਖੜੇ ਹੋ। तो ਉਹ ਜਦੋਂ ਬੱਚੇ ਵੱਡੇ ਹੋਣਗੇ they will be very happy and very proud of you। ਸਾਡੇ ਮਦਰ ਜੋ ਆ ਉਹ ਇੰਨੇ ਸਟਰੋਂਗ ਹੈ and you should be really happy ਕਿ ਜਿਹੜੇ ਤੁਹਾਡੇ ਆਪਣੇ ਫੈਮਿਲੀ ਹੈਗੀ ਆ they are very supportive। ਕਿੰਨੇ ਕੇਸਿਸ ਮੰਨੀ ਇਦਾਂ ਦੇ ਹੁੰਦੇ ਆ ਕਿ ਜਿਹਦੇ ਵਿੱਚ ਫੈਮਿਲੀ ਸਪੋਰਟ ਹੈ ਜਿਹੜੀ ਪਿੱਛੋਂ ਨਹੀਂ ਮਿਲਦੀ। ਇੱਥੋਂ ਦੀ ਗੱਲ ਆਪਾਂ ਜਿੰਨੇ ਮੈਲਬਰਨ ਦੇ ਵਿੱਚ ਸਾਡੇ ਨੋਨ ਹੈ ਆਪਾਂ ਉਹਨਾਂ ਨੂੰ ਅਪੀਲ ਪਾ ਰਹੇ ਹਾਂ ਇਸ ਟਾਈਮ, ਤੁਹਾਡੇ ਵੀਡੀਓ ਰਾਹੀਂ ਆਪਾਂ ਅਪੀਲ ਪਾ ਰਹੇ ਹਾਂ। ਜਿਹੜਾ ਇੱਕ ਪੈਟਰਨ ਹੁੰਦਾ ਹੈ ਇੱਕ ਅਪੋਲੋਜੀ ਦਾ ਇੱਕ ਪੈਟਰਨ ਹੁੰਦਾ ਹੈ, ਉਹ ਜੈਨੂਇਨ ਵੀ ਹੁੰਦਾ ਹੈ ਤੇ ਉਹ ਕਈ ਵਾਰੀ ਸਜ਼ਾ ਤੋਂ ਬਚਣ ਲਈ ਵੀ ਹੁੰਦਾ ਹੈ। ਤੁਸੀਂ ਹਸਬੈਂਡ ਨਾਲ ਇੰਨੇ ਸਾਲ ਰਹੇ ਹੋ, ਤੁਹਾਡੇ ਮਦਰ ਜਿਹੜੇ ਨੇ ਉਹਨਾਂ ਨੇ ਅਬਿਊਜ਼ ਹੁੰਦੇ ਦੇਖਿਆ ਹੈ। ਯੂ ਯੋਰਸੈਲਫ ਇਜ਼ ਅ ਬੈਟਰ ਜੱਜ ਕਿ ਉਹ ਜੋ ਅਬਿਊਜ਼ ਤੋਂ ਬਾਅਦ ਇੱਕ ਅਪੋਲੋਜੀ ਹੈ ਕਿ ਉਹ ਜੈਨੂਇਨ ਹੈ ਕਿ ਕੀ ਉਹ ਇੱਕ ਸਰਕਮਸਟੈਂਸ ਨੂੰ ਡਿਫਿਊਜ਼ ਕਰਦੀ ਹੈ। ਜਿਹੜੀ ਚੀਜ਼ਾਂ ਮੈਨੂੰ ਕੰਸਰਨ ਕਰ ਰਹੀਆਂ ਉਹ ਇਹ ਕੰਸਰਨ ਕਰ ਰਹੀਆਂ ਕਿ ਜਿੱਦਾਂ ਅੱਜ ਤੁਸੀਂ ਪੁਲਿਸ ਸਟੇਸ਼ਨ ਗਏ ਹੋ, ਪੁਲਿਸ ਸਟੇਸ਼ਨ ਜਾ ਕੇ ਤੁਸੀਂ ਕਿਹਾ ਕਿ ਮੈਂ ਇੱਕ ਰਿਕੁਐਸਟ ਪਾਉਣਾ ਚਾਹੁੰਦੀ ਹਾਂ, ਮੈਂ ਕਹਿਣਾ ਚਾਹੁੰਦੀ ਹਾਂ ਕਿ ਇਹ ਜਿਹੜੀ ਚੀਜ਼ ਹੈਗੀ ਹੈ ਇਹ ਰੈਪੀਟੇਟਿਵ ਹੈ, ਮੈਂ ਪਹਿਲਾਂ ਅੰਡਰ ਪ੍ਰੈਸ਼ਰ ਸੀ ਜਾਂ ਜਿੱਦਾਂ ਵੀ ਸੀ ਮੈਂ ਕੁਝ ਆਪਣੀ ਚੀਜ਼ਾਂ ਵਾਪਸ ਲਿੱਤੀਆਂ ਨੇ ਜੋ ਮੇਰੀ ਸਟੇਟਮੈਂਟ 'ਚ ਸੀਗੀਆਂ।
फिर तो लिखवाना चाहनी हाँ, मैनू जो चीज खटकी है, मैनू जो चीज कमी है कह लो, वो ये चीज है कि जो पुलिस ऑफिसर सर ਤੁਹਾਨੂੰ ਕਹਿੰਦਾ ਹੈ ਕਿ ਤੁਸੀਂ ਮੇਰਾ ਟਾਈਮ ਵੇਸਟ ਕਰੋਗੇ ਜਾਂ ਤੁਸੀਂ ਮੇਰਾ ਟਾਈਮ ਵੇਸਟ ਕਰ ਰਹੇ ਹੋ। ਮੈਂ ਤੁਸੀਂ ਪਹਿਲਾਂ ਇੱਕ ਰਿਪੋਰਟ ਲਿਖੀ ਸੀਗੀ, ਉਹਦੇ ਵਿੱਚੋਂ ਤੁਸੀਂ ਇੱਕ ਪਾਰਟਿਕੂਲਰ ਚੀਜ਼ ਜਿਹੜੀ ਉਹ ਵਿਡਰਾਅ ਕਰਵਾ ਲਈ ਸੀਗੀ ਜਾਂ ਕਹਤਾ ਸੀ ਵੀ ਉਹ ਮੈਟਰ ਦੇ ਵਿੱਚ ਇਨਕਲੂਡ ਨਾ ਕਰੋ। ਹੁਣ ਜੇ ਤੁਸੀਂ ਵਾਪਸ ਲੈ ਕੇ ਆ ਰਹੇ ਹੋ ਤੇ ਉਹ ਲਿਖਵਾਉਣਾ ਚਾਹੁੰਦੇ ਹੋ ਤੇ ਤੁਸੀਂ ਮੇਰਾ ਟਾਈਮ ਵੇਸਟ ਕਰੋਗੇ। ਮੈਨੂੰ ਇਸ ਆਇਆ ਕਿਉਂਕਿ ਪੁਲਿਸ ਆਫਿਸਰ ਦੀ ਰਿਗਾਰਡਲੈਸ ਇੱਕ ਬੰਦਾ 10 ਵਾਰੀ ਜਾ ਕੇ ਉਹੀ ਕੰਪਲੇਂਟ ਕਰਵਾਏ, ਇੱਕ ਪੁਲਿਸ ਆਫਿਸਰ ਦੀ ਡਿਊਟੀ ਹੈ ਜੋ 8 ਤੋਂ 8 ਵਜੇ ਤੱਕ ਕੰਮ ਕਰ ਰਿਹਾ ਤਾਂ ਜੋ ਰਿਪੋਰਟ ਆਂਦੀ ਹੈ ਚਾਹੇ ਉਹੀ ਬੰਦਾ 10 ਵਾਰੀ ਆ ਕੇ ਦਿਨ ਦੇ ਵਿੱਚ ਉਹੀ ਰਿਪੋਰਟ ਲਿਖਵਾਏ, ਇਹਨਾਂ ਦੀ ਡਿਊਟੀ ਹੈ ਕਿ ਉਸ ਚੀਜ਼ ਨੂੰ ਉਹ ਹੈਂਡਲ ਕਰਨ। ਦੇ ਜਸਟ ਕੈਨੋਟ ਡਿਸਰਿਗਾਰਡ ਅ ਰਿਕੁਐਸਟ ਇਹ ਕਹਿ ਕੇ ਕਿ ਮੇਰਾ ਤੁਸੀਂ ਟਾਈਮ ਵੇਸਟ ਕਰ ਰਹੇ ਹੋ। ਇਹ ਬਹੁਤ ਅੱਛਾ ਕੀਤਾ ਕਿ ਉੱਥੇ ਤੁਸੀਂ ਖੜੇ ਰਹੇ, ਤੁਸੀਂ ਡਟੇ ਰਹੇ ਔਰ ਤੁਸੀਂ ਇੱਕ ਐਗਜ਼ਾਮਪਲ ਸੈੱਟ ਕੀਤਾ। ਆਈ ਐਮ ਨॉट ਵੀਕ, ਆਈ ਐਮ ਹੇਅਰ, ਮੈਂ ਆਪਣੀ ਗੱਲ ਸੁਣਾਉਣ ਆਈ ਹਾਂ। ਜੇ ਮੇਰੀ ਗੱਲ ਨਹੀਂ ਸੁਣੀ ਜਾਂਦੀ ਤਾਂ ਪਲੀਜ਼ ਆਪਣੇ ਇੰਚਾਰਜ ਨੂੰ ਬੁਲਾਓ। ਮੈਂ ਤੁਹਾਡੀ ਵੀ ਗੱਲ ਇੰਚਾਰਜ ਨੂੰ ਰੱਖੂੰਗੀ ਤੇ ਮੈਂ ਆਪਣੀ ਵੀ ਗੱਲ ਇੰਚਾਰਜ ਨੂੰ ਰੱਖੂੰਗੀ। ਆਈ ਐਮ ਵੈਰੀ ਪ੍ਰਾਊਡ ਵਿਦ ਦੈਟ। ਬਾਕੀ ਜਿਹੜੀ ਗੱਲਾਂ ਹੈਗੀਆਂ ਵੀ ਲੇਟਰ ਔਨ ਇੱਕ ਅਬਿਊਜ਼ ਤੋਂ ਬਾਅਦ ਧਮਕੀ ਲੱਗ ਰਹੀ ਹੈ, ਇੰਡੀਆ ਦੇ ਵਿੱਚ ਧਮਕੀ ਲੱਗ ਰਹੀ ਹੈ। ਮੈਂ ਇੱਥੇ ਕਾਫੀ ਟਾਈਮ ਤੋਂ ਜਿਹੜੇ ਸਾਡੇ ਪੋਲੀਟੀਕਲ ਲੀਡਰਸ ਵੀ ਆ ਔਰ ਇੱਥੇ ਜਿਹੜੇ ਸਾਡੇ ਪੁਲਿਸ ਆਫਿਸਰਸ ਵੀ ਆ, ਵੂਮਨ ਸੇਫਟੀ ਸਰਵਿਸਿਜ਼ ਆ, ਉਹਨਾਂ ਨੂੰ ਬਾਰ-ਬਾਰ ਇਹੀ ਦੱਸਣ ਦੀ ਕੋਸ਼ਿਸ਼ ਕਰਦੀ ਆ ਕਿ ਜਿਹੜੀਆਂ ਸਾਡੇ ਇੱਥੇ ਬੱਚੀਆਂ ਆਉਂਦੀਆਂ ਨੇ ਉਹਨਾਂ ਦੀ ਜਿਹੜੀ ਇੱਥੇ ਅਬਿਊਜ਼ ਆ ਉਹ ਕਈ ਵਾਰੀ ਦਿਖਦੀ ਹੈ, ਕਈ ਵਾਰੀ ਨਹੀਂ ਦਿਖਦੀ, ਕਈ ਵਾਰੀ ਰਿਪੋਰਟ ਹੁੰਦੀ ਹੈ, ਕਈ ਵਾਰੀ ਰਿਪੋਰਟ ਨਹੀਂ ਹੁੰਦੀ। ਜਿਹੜਾ ਇੱਥੇ ਰਹਿ ਕੇ ਇੰਡੀਆ ਦੇ ਵਿੱਚ ਫੈਮਿਲੀ ਦੇ ਉੱਤੇ ਕੀ ਹੋ ਰਿਹਾ ਜਾਂ ਇੰਡੀਆ ਦੇ ਵਿੱਚ ਫੈਮਿਲੀ ਨੂੰ ਕਿੱਦਾਂ ਟ੍ਰੀਟ ਕੀਤਾ ਜਾਏਗਾ, ਪੇਰੈਂਟਸ ਅੰਡਰ ਥ੍ਰੈਟ ਹੈ, ਬ੍ਰਦਰ ਸਿਸਟਰਸ ਅੰਡਰ ਥ੍ਰੈਟ ਹੈ, ਉਹਦਾ ਵੀ ਸਾਡੇ ਬੱਚਿਆਂ ਦੇ ਉੱਤੇ ਇੱਥੇ ਅਸਰ ਪੈ ਰਿਹਾ ਹੈ। ਉਹ ਜਿਹੜੀ ਇੱਕ ਗੱਲ ਹੈਗੀ ਉਹਨਾਂ ਨੂੰ ਸਮਝਣੀ ਚਾਹੀਦੀ ਆ ਔਰ ਉਹ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਟਾਈਮ ਜੋ ਮੈਨੂੰ ਮਹਿਸੂਸ ਹੋ ਰਿਹਾ, ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਮੈਲਬਰਨ ਦੇ ਵਿੱਚ ਜਿੰਨੇ ਸਾਡੇ ਲੋਕ ਨੇ, ਤੁਸੀਂ ਜਿਹੜੇ ਏਰੀਆ ਦੇ ਵਿੱਚ ਰਹਿੰਦੇ ਹੋ, we need to get some people there to at least come to you and let you know what you can do next। ਕਿਉਂਕਿ ਜਿਵੇਂ ਤੁਸੀਂ ਹੁਣ ਗੱਲਾਂ ਦੇ ਵਿੱਚ ਦੱਸਿਆ ਕਿ ਤੁਹਾਡੀ ਕੋਰਟ ਹੀਅਰਿੰਗ ਹੈ ਨੈਕਸਟ 13th ਨੂੰ। ਹਾਂਜੀ, ਪਿੱਛੇ ਜੇ ਮੇਰੇ ਨਾਲ ਗੱਲ ਵੀ ਕੀਤੀ ਸੀ ਰਿਗਾਰਡਿੰਗ ਚਾਈਲਡ ਕਸਟਡੀ ਐਂਡ ਆਲ। ਇਸ ਮਾਮਲੇ ਦੇ ਵਿੱਚ, ਇੱਕ ਪੂਰੇ ਮਾਮਲੇ ਦੇ ਵਿੱਚ ਬਹੁਤ ਇੰਪੋਰਟੈਂਟ ਇਨਫੋਰਮੇਸ਼ਨਸ ਹੈ ਜੋ ਕਿ ਹਰ ਇੱਕ ਇਨਸਾਨ ਨੂੰ, ਜੋ ਕਿ ਇਸ ਕਹਿ ਲੋ ਕਿ ਪੂਰੇ ਚੱਕਰਵਿਊਹ ਇਸ ਟਾਈਮ ਮੈਂਟਲ, ਫਿਜ਼ੀਕਲ, ਇਮੋਸ਼ਨਲ ਜੋ ਇੱਕ ਇਨਸਾਨ ਇਸ ਚੱਕਰਵਿਊਹ ਚ ਫਸਿਆ ਹੁੰਦਾ ਉਹਨੂੰ ਇਹ ਛੋਟੀ ਛੋਟੀ ਇਨਫੋਰਮੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ, ਬਹੁਤ ਲਾਜ਼ਮੀ ਹੈ। ਮੈਂ ਕਹਿੰਦੀ ਹਾਂ ਮੈਲਬਰਨ ਦੇ ਵਿੱਚ ਬਹੁਤ ਅੱਛੇ ਕਮਿਊਨਿਟੀ ਲੀਡਰਸ ਹੈ, ਮੈਲਬਰਨ ਦੇ ਵਿੱਚ ਬਹੁਤ ਅੱਛੇ ਲੋਕ ਬੈਠੇ ਨੇ ਜੋ ਕਿ ਹੈਲਪ ਕਰਦੇ ਨੇ। ਗੱਲ ਸਿਰਫ ਹੈ ਕਿ ਉਹਨਾਂ ਤੱਕ ਗੱਲ ਪਹੁੰਚਾਉਣ ਦੀ ਗੱਲ, ਔਰ ਤੁਹਾਡੇ ਜ਼ਰੀਏ ਜੋ ਤੁਸੀਂ ਇੰਨੀ ਬਹਾਦੁਰੀ ਦਾ ਸਟੈਪ ਕੀਤਾ ਇਹ ਪੂਰੇ ਆਸਟ੍ਰੇਲੀਆ ਦੇ ਪੂਰੇ ਗਲੋਬਲ ਲੈਵਲ ਤੇ ਇਹ ਜ਼ਰੂਰਤ ਹੈ ਦੱਸਣ ਦੀ ਕਿ what you have done and what you have gone through and how you are coming out of it। ਤੇ ਤੁਸੀਂ ਆਈ ਨੋ ਇਹ ਇਮੋਸ਼ਨਲ ਹੈ, ਤੁਸੀਂ ਤੇ ਮੈਂ ਇਕੱਠੇ ਇਮੋਸ਼ਨਲ ਹੋਇਆ, ਤੁਸੀਂ ਤੇ ਮੈਂ ਸਵੇਰ ਦੇ ਇਸ ਪੂਰੇ ਮਾਮਲੇ ਨੂੰ ਸੌਰਟ ਆਊਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਿੰਨੇ ਟਾਈਮ ਤੋਂ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ, ਫੋਨ ਕਾਲਸ ਤੁਹਾਡੀਆਂ ਜਿਹੜੀਆਂ ਆਉਂਦੀਆਂ ਜਾਂ ਮੈਸੇजेस ਤੁਹਾਡੇ ਆਉਂਦੇ ਉਹ ਹਮੇਸ਼ਾ ਏਦਾਂ ਹੁੰਦੇ ਆ ਕਿ ਇਟ ਇਜ਼ ਵੈਰੀ ਇੰਪੋਰਟੈਂਟ, ਪਲੀਜ਼ ਹੈਲਪ ਮੀ। ਤੇ ਉਹ ਤੁਹਾਡੇ ਹਰ ਮੈਸੇਜ ਤੋਂ ਤੁਹਾਡੀ ਜਿਹੜੀ ਹੈਲਪਲੈਸਨੈਸ ਉਹ ਚੱਲਦੀ ਹੈ ਤਾਂ ਇੱਕ ਇੱਕ ਵਰਡ ਹੈ ਜਿਹੜਾ ਉਹ ਇਮੋਸ਼ਨਲ ਹੁੰਦਾ। ਤੇ ਉਸ ਟਾਈਮ ਤੇ ਜਦੋਂ ਮੈਂ ਇੱਥੇ ਐਡੀਲੇਡ ਬੈਠੀ ਹਾਂ ਨਾ, ਆਈ ਕਾਂਟ ਹੈਲਪ ਯੂ ਫਿਜ਼ੀਕਲੀ, ਉਦੋਂ ਮੈਨੂੰ ਇਹ ਲੱਗਦਾ ਵੀ ਕਿਸ ਤਰੀਕੇ ਨਾਲ ਮਦਦ ਕੀਤੀ ਜਾਏ। ਥੈਂਕ ਯੂ ਮੈਮ। ਉਹ ਬੱਚਿਆਂ ਦੇ ਨਾਲ ਹੋਣਾ, do not thank me, thank you what you doing to yourself, how positive you are being। ਇਸ ਪੂਰੇ ਘੜੀ ਦੇ ਵਿੱਚ ਜਦੋਂ ਕਿ ਪੇਰੈਂਟਸ ਵੀ ਸਾਡੇ ਕੋਲ ਆ ਨਹੀਂ ਸਕਦੇ ਜਾਂ ਅਸੀਂ ਉਹਨਾਂ ਕੋਲ ਜਾ ਨਹੀਂ ਸਕਦੇ ਆ, you are keeping yourself very strong। ਮਨਦੀਪ ਇਹ ਰਿਕੁਐਸਟ ਕਰਦੇ ਆ ਮੈਲਬਰਨ
ਦੇ ਵਿੱਚ ਸਾਡੇ ਜਿੰਨੇ ਵੀ ਫਰੈਂਡਸ ਆ ਕਿ ਉਹ ਜਿੱਥੋਂ ਵੀ ਜਿੰਨੀ ਵੀ ਮਦਦ ਕਰ ਸਕਣ, ਜੇ ਤੁਸੀਂ ਇਜਾਜ਼ਤ ਦਿਓ, ਇਫ ਦੇ ਕੈਨ ਕਨੈਕਟ ਟੂ ਮੀ, ਤੇ ਮੈਂ ਉਹਨਾਂ ਦੇ ਮੈਸੇਜ ਤੁਹਾਡੇ ਤੱਕ ਪਹੁੰਚਾਵਾਂ। ਤੁਸੀਂ ਜਦੋਂ ਇਜਾਜ਼ਤ ਦਵੋ, ਤੁਸੀਂ ਜਦੋਂ ਹਾਮੀ ਭਰੋ, ਉਹ ਅਸੀਂ ਤੁਹਾਨੂੰ ਜਿਹਦੇ ਨਾਲ ਤੁਸੀਂ ਕਹੋ ਉਹਨਾਂ ਨਾਲ ਕਨੈਕਟ ਕਰਵਾ ਦਈਏ, ਤਾਂ ਕਿ ਤੁਹਾਨੂੰ ਉੱਥੇ ਜਿਹੜੀ ਬਣਦੀ ਹੈਲਪ, ਜਿਹੜੀ ਬੇਸਿਕ ਹੈਲਪ ਹੈ ਜਾਂ ਬੇਸਿਕ ਗਾਈਡੈਂਸ ਹੈ, ਐਟਲੀਸਟ ਉਹ ਤਾਂ ਮਿਲੇ। ਅੱਜ ਮੈਨੂੰ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਥਰੂ ਦਿਸ ਪਲੇਟਫਾਰਮ ਕਿ ਤੁਸੀਂ 2 ਬੱਚਿਆਂ ਨਾਲ, ਤੁਸੀਂ ਮੈਨੂੰ ਦੱਸ ਰਹੇ ਸੀਗੇ ਕਿ ਤੁਹਾਡੇ ਕੋਲ ਇਸ ਟਾਈਮ ਕਾਰ ਨਹੀਂ ਹੈਗੀ, ਹਾਂਜੀ ਤੁਸੀਂ 2 ਬੱਚਿਆਂ ਨਾਲ, ਇੱਕ 3 ਸਾਲ ਦਾ ਬੱਚਾ, ਇੱਕ 10 ਸਾਲ ਦਾ ਬੱਚਾ ਹੈ, ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਇੱਥੋਂ ਬੈਠੇ ਬੈਠੇ ਜਿਹੜੇ ਤੁਹਾਡੇ ਹਸਬੰਡ ਆ ਉਹ ਤੁਹਾਡੇ ਮਦਰ ਨੂੰ ਥ੍ਰੈਟ ਕਰ ਰਹੇ ਆ ਜਾਂ ਤੁਹਾਡੇ ਮਦਰ ਨੂੰ ਬਲੈਕਮੇਲ ਕਰ ਰਹੇ ਆ, ਇੰਡੀਆ ਦੇ ਵਿੱਚ ਜੋ ਹੈ ਇਸ ਟਾਈਮ ਤੁਹਾਡੇ ਮਦਰ ਅੰਡਰ ਥ੍ਰੈਟ ਹੈ, ਤੁਹਾਡੇ ਮਦਰ ਉਹ ਫੀਅਰ ਆਫ ਅਨਨੋਨ ਨਾਲ ਜਿਹੜਾ ਇੱਕ ਇੱਕ ਮੂਮੈਂਟ ਕੱਟ ਰਹੇ ਆ ਕਿ ਇੱਥੇ ਤਾਂ ਸਾਡੇ ਨਾਲ ਜੋ ਹੈ ਸਾਡੇ ਬੱਚੇ ਦਾ ਉੱਥੇ ਕੀ ਹੋਏਗਾ, ਬੱਚੇ ਦੇ ਅੱਗੇ 2 ਬੱਚੇ ਆ ਉਹਨਾਂ ਦਾ ਕੀ ਹੋਏਗਾ, ਉਹ ਜਿਹੜੀ ਇੱਕ ਇੱਕ ਇਮੋਸ਼ਨਲ ਰੋਲਰ ਕੋਸਟਰ ਤੋਂ ਤੁਹਾਡੇ ਮਦਰ ਜਿਹੜੇ ਗੁਜ਼ਰ ਰਹੇ ਆ, ਉਹਨਾਂ ਦੇ ਜਦੋਂ ਤੁਹਾਨੂੰ ਮੈਸੇजेस ਆਉਂਦੇ ਆ, ਤੁਸੀਂ ਆਪਣੇ ਇੱਕ 3 ਸਾਲ ਦੇ ਬੱਚੇ ਨੂੰ, ਇੱਕ 10 ਸਾਲ ਦੇ ਬੱਚੇ ਨੂੰ ਪੈਦਲ ਲੈ ਕੇ ਪੁਲਿਸ ਸਟੇਸ਼ਨ ਜਾ ਰਹੇ ਹੋ, ਔਰ ਉੱਥੇ ਜਾ ਕੇ ਜਿਹੜਾ 15 ਮਿੰਟ ਦਾ ਕੰਮ ਹੈ ਉਹ 2.5 ਘੰਟਾ ਤੁਸੀਂ ਉੱਥੇ ਬੈਠੇ ਹੋ, ਔਰ ਉੱਥੇ ਦੇ ਪੁਲਿਸ ਆਫੀਸਰਸ ਤੁਹਾਨੂੰ ਬੈਕ ਐਂਡ ਫੋਰਥ ਇੱਕ ਪੈਂਡੂਲਮ ਵਾਂਗੂ ਘੁਮਾ ਰਹੇ ਨੇ, ਔਰ ਬਾਰ-ਬਾਰ ਇੱਕ ਛੋਟੀ ਜਿਹੀ ਅਪੀਲ ਹੈਗੀ ਆ ਉਹ ਤੁਹਾਡੀ ਸੁਣੀ ਨਹੀਂ ਜਾ ਰਹੀ ਹੈ। This is just absolutely not acceptable. This is absolutely on human grounds. This is not acceptable. ਆਪਾਂ ਮੈਂ ਜੇ ਕਮਿਊਨਿਟੀ ਦੀ ਗੱਲ ਕਰਦੀ ਹਾਂ, on communal grounds this is not acceptable. ਤੇ ਮੈਂ ਅੱਜ ਸਵੇਰ ਦੀ ਜਦੋਂ ਤੁਸੀਂ ਮੈਨੂੰ ਮੈਂਸ਼ਨ ਕੀਤਾ ਕਿ what your mom is going through, ਉਹ threats, ਉਹ blackmailing, ਉਹ constant fluctuation of apology, ਕਦੀ fear of unknown ਦਿਖਾਣਾ, ਕਦੀ threat ਦਿਖਾ ਦੇਣਾ, ਕਦੀ blackmailing ਵਾਲੀ ਗੱਲ ਕਰ ਦੇਣੀ 2-4 ਫੋਨ conversations ਦੇ ਵਿੱਚ ਹੀ। I can very well understand what your mom is going through. I can very well understand what you are going through. ਔਰ ਉਹਦੇ ਵਿੱਚ ਤੁਹਾਡਾ ਹੜਬੜਾਉਣਾ, ਉਹਦੇ ਵਿੱਚ ਤੁਹਾਡਾ ਇੱਕਦਮ ਆਪਣਾ ਇਮੋਸ਼ਨਲ ਹੋ ਜਾਣਾ is also understandable, ਮਨਦੀਪ। ਔਰ ਉਸ ਘੜੀ ਦੇ ਵਿੱਚ ਉੱਥੋਂ ਖਬਰ ਆਣੀ, ਇੱਥੋਂ ਤੁਸੀਂ ਆਪਣੇ 2 ਬੱਚਿਆਂ ਨੂੰ ਲੈ ਕੇ ਪੁਲਿਸ ਸਟੇਸ਼ਨ ਤੁਰਦੇ ਜਾ ਰਹੇ ਹੋ। COVID-19 hai, people are not even going out for even the most important things, और ਤੁਹਾਡੇ ਚਾਰੋਂ ਪਾਸੇ ਤੁਹਾਡੀ ਦੁਨੀਆ ਉੱਥੇ ਕੋਲੈਪਸ ਹੋ ਰਹੀ ਹੈ, you walking with your kids to the police station, ਔਰ ਉੱਥੇ ਤੁਹਾਨੂੰ they are robbing you of your own rights, is just absolutely not acceptable. But again, ਤੁਸੀਂ ਬਹੁਤ ਸਟਰੋਂਗ ਰਹੇ ਹੋ ਮਨਦੀਪ throughout this process. ਮੈਂ ਅੱਜ ਦੀ ਗੱਲ ਨਹੀਂ ਕਰ ਰਹੀ ਹਾਂ, ਮੈਂ ਜਿਹੜੇ 7 ਵੀਕਸ ਦਾ ਤੁਹਾਡਾ ਹੈਗਾ, ਜਦੋਂ ਤੁਸੀਂ ਉਹ ਚੇਨਸ ਤੋੜੀਆਂ ਇਸ ਟੌਕਸਿਕ ਰਿਲੇਸ਼ਨਸ਼ਿਪ ਦੀਆਂ, ਮੈਂ ਉਦੋਂ ਦੀ ਨਹੀਂ ਗੱਲ ਕਰ ਰਹੀ। for 10-12 years in your marriage ਤੁਸੀਂ ਬਹੁਤ ਸਟਰੋਂਗ ਰਹੇ ਹੋ, and you have come out, you are sharing your emotions with everybody. This is a very strong thing to do. ਤੁਸੀਂ ਆਪਣੇ ਆਪ ਨੂੰ ਅੱਜ ਜੋ ਝੇਲਿਆ, ਅੱਜ ਜਿਸ ਤੋਂ ਤੁਸੀਂ ਗੁਜ਼ਰ ਗਏ ਹੋ, I think it should be a full stop to it. We will make sure you have some support with you. We will make sure you have some local guidance as well. Or we will also make sure that there is a very smooth road for you. You know, मैं कहूँगी a very smooth road to survival for you. We will ensure that, we'll make sure this is there for you. ਕੋਸ਼ਿਸ਼ ਇਹ ਕੀਤੀ ਜਾਏਗੀ। ਕੁਝ ਹੋਰ ਜੇ ਤੁਸੀਂ ਓਪਨਲੀ ਇਸ ਪਲੇਟਫਾਰਮ ਤੇ ਕਹਿਣਾ ਚਾਹੁੰਦੇ ਹੋ, ਕੁਝ ਅਪੀਲ ਕਰਨਾ ਚਾਹੁੰਦੇ ਹੋ, ਮਨਦੀਪ ਪਲੀਜ਼ ਗੋ ਫॉर ਇਟ। ਮੈਂ ਤਾਂ ਇਹੀ ਕਹਿਣਾ ਚਾਹੂੰਗੀ, ਪਲੀਜ਼ ਕੋਈ ਮੇਰੀ ਇੱਥੇ ਸਪੋਰਟ ਕਰੋ ਪਲੀਜ਼। ਵੀ ਮੈਨੂੰ ਜੇ ਮੈਨੂੰ ਪੁਲਿਸ ਸਟੇਸ਼ਨ ਜਾਣਾ, ਜੇ ਮੈਨੂੰ ਕੋਈ ਸਪੋਰਟ ਕਰ ਸਕਦਾ ਤਾਂ ਬਹੁਤ ਵਧੀਆ ਹੋਗਾ। ਥੈਂਕਫੁਲੀ।
मैंने किते भी, क्योंकि मैंने कुछ लीगली मैंने कुछ भी नहीं पता हैगा कि की करना चाहिए की नहीं। ਵੀ ਵਿਲ ਟਰਾਈ ਦੈਟ ਮਨਦੀਪ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਇੱਥੋਂ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੀ। ਮੈਂ ਜਿੱਦਾਂ ਕਿਹਾ ਮੈਲਬਨ ਦੇ ਵਿੱਚ ਦੇਰ ਆਰ ਅਮੇਜ਼ਿੰਗ ਪੀਪਲ ਦੇਰ, ਔਰ ਉਹ ਖੜੇ ਹੁੰਦੇ ਆ। ਗੱਲ ਸਿਰਫ ਇੰਨੀ ਹੈ ਵੀ ਆਪਾਂ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਹੈਗੀ ਹੈ ਜਦੋਂ ਤੱਕ, ਉਦੋਂ ਤੱਕ ਓਬਵੀਅਸਲੀ ਉਹ ਵੀ ਹੈਲਪ ਤੇ ਨਹੀਂ ਆ ਸਕਦੇ। ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਹੈ, ਵੀ ਵਿਲ ਮੇਕ ਸ਼ੋਰ goes to them. Apart from that, is there anything you want to share with everybody? ਤੁਹਾਡੇ ਦਿਲੋਂ ਦਿਮਾਗ ਦੇ ਵਿੱਚ ਇਸ ਟਾਈਮ ਕੋਈ ਗੱਲ ਆ ਰਹੀ ਹੋਏ ਜੋ ਤੁਸੀਂ ਸ਼ੇਅਰ ਕਰਨਾ ਚਾਹੋ? ਕੋਈ ਇਸ ਟਾਈਮ ਜੇ ਕੋਈ ਗੱਲ ਕਰ ਦਿਲ ਹਲਕਾ ਹੁੰਦਾ ਹੈ, ਪਲੀਜ਼ ਗੋ ਫॉर ਇਟ ਮਨਦੀਪ। ਮੈਨੂੰ ਕੁਝ ਸਮਝ ਨਹੀਂ ਲੱਗ ਰਿਹਾ ਵੀ ਜਿੱਦਾਂ ਮੇਰੇ ਹਸਬੈਂਡ ਨੇ ਵੀ ਪੈਸੇ ਦਾ ਲਾਤਾ ਇਲਜ਼ਾਮ। ਮੈਂ ਅੱਜ ਤੱਕ ਜੌਬ ਕੀਤੀ ਹੈ 4-5 ਸਾਲ ਵਿੱਚ, ਮੈਂ ਕਦੇ ਨਹੀਂ ਪੈਸੇ ਭੇਜੇ ਆਪਣੇ ਪੈਰੋਂ। ਫਿਰ ਵੀ ਇੱਦਾਂ ਦਾ ਇਲਜ਼ਾਮ। ਈਵਨ ਕਿ ਮੇਰੀ ਮੰਮੀ ਆਉਂਦੀ ਸੀ, ਚਲੋ ਹਨਾ, ਉਹ ਤਾਂ ਸਾਰੇ ਆਪਣੇ ਪੇਰੈਂਟਸ ਨੂੰ ਦਿੰਦੇ ਆ, ਉਹ ਵੀ ਮੇਰੇ ਪੇਰੈਂਟਸ ਨੂੰ ਸੁਣਾ ਦਿੱਤਾ ਵੀ ਮੈਂ ਇੰਨਾ ਕੀਤਾ, ਤਾਂ ਵੀ ਕਦੇ ਮੈਂ ਜਿਤਾਇਆ ਨਹੀਂ। ਮਤਲਬ ਕਿ ਮੈਂ ਕਿਹਾ ਸਾਰੇ ਮੇਰੀ ਫਰੈਂਡਸ ਸਾਰੀਆਂ ਜਿੰਨੀਆਂ ਵੀ ਜਿਨ੍ਹਾਂ ਦੇ ਪੇਰੈਂਟਸ ਹੁੰਦੇ ਸਾਰੇ ਹੀ ਦਿੰਦੇ ਆ, ਕੋਈ ਤੁਸੀਂ ਇਸ ਬੰਦੇ ਨੇ ਉਹ ਤਾਂ ਨਹੀਂ ਕੀਤਾ। ਸਾਰੇ ਸਭ ਜਦੋਂ ਪੇਰੈਂਟਸ ਆਉਂਦੇ ਤੁਹਾਡੇ ਬੱਚੇ, ਮਤਲਬ ਮੇਰੀ ਜਦੋਂ ਵੀ ਮੇਰੇ ਬੱਚੇ ਹੋਏ ਆ ਦੋਨੋਂ ਡਿਲੀਵਰੀ ਕਰਦੇ, ਮੇਰੀ ਮਦਰ ਆਏ, ਮੈਨੂੰ ਸਾਂਭਿਆ, ਸਭ ਕੁਛ ਹੈ। ਜੇ 1-1.5 ਲੱਖ ਦੇਤਾ ਤਾਂ ਉਹ ਵੀ ਬੰਦਾ ਸੁਣਾਉਂਦਾ ਕਿ ਮੈਂ ਦਿੱਤਾ ਹੀ ਆ। ਸਾਰੇ ਲੋਕ ਮਤਲਬ ਫਰੈਂਡ ਸਰਕਲ ਚ ਏਦਾਂ ਹੀ ਕਹਿੰਦਾ ਫਿਰਦਾ। ਮਨਦੀਪ ਮੈਂ ਉਦਾਂ ਹੀ, ਤੁਸੀਂ at the moment do not think about what has been said. ਜਿੰਨੇ ਮੂੰਹ ਆ ਉਹਨੇ ਖੁੱਲਦੇ ਆ। ਪਰ ਤੇ ਜਦੋਂ ਅਸੀਂ ਓਫੈਂਸਿਵ ਡਿਫੈਂਸਿਵ ਮੋਡ ਦੇ ਵਿੱਚ ਹੁੰਦੇ ਆ ਤਾਂ ਇੱਕ ਹਿਊਮਨ ਨੇਚਰ ਹੈ ਕਿ ਅਸੀਂ ਕੁਝ ਕਹਿੰਦੇ ਆ, ਅਗਲਾ ਕੁਝ ਸੁਣਦਾ, ਅਗਲਾ ਕੁਝ ਕਹਿੰਦਾ, ਅਸੀਂ ਕੁਝ ਸੁਣਦੇ ਆ। ਉਸ ਓਫੈਂਸਿਵ ਡਿਫੈਂਸਿਵ ਮੋਡ ਬਾਰੇ ਪਲੀਜ਼ ਕੁਝ ਨਾ ਸੋਚੋ। ਯੂ ਨੀਡ ਟੂ ਥਿੰਕ ਅਬਾਊਟ ਯੋਰ ਵੈਲਬੀਇੰਗ, ਯੂ ਨੀਡ ਟੂ ਥਿੰਕ ਅਬਾਊਟ ਚਿਲਡਰਨ ਐਜ਼ ਵੈਲ। ਬੱਚਿਆਂ ਦੀ ਤੁਸੀਂ ਗੱਲ ਕਰ ਰਹੇ ਸੀ, ਕਸਟਡੀ ਦਾ ਵੀ ਹੋਊਗਾ। ਕਸਟਡੀ ਦੇ ਆਲੇ ਦੁਆਲੇ ਵੀ ਜਿਹੜੀਆਂ ਤੁਹਾਡੇ ਕੁਝ ਕੁਐਸਚਨ ਸੀਗੇ, ਕੁਝ ਇਨਸਿਕਿਉਰਿਟੀਜ਼ ਸੀਗੀਆਂ ਕਿਉਂਕਿ ਇਨਫੋਰਮੇਸ਼ਨ ਪ੍ਰੋਪਰ ਨਹੀਂ ਸੀਗੀ। ਆਈ ਹੋਪ ਉੱਥੋਂ ਤੁਹਾਨੂੰ ਥੋੜੀ ਜਿਹੀ ਰਿਲੈਕਸੇਸ਼ਨ ਮਿਲੀ ਹੈ। ਅੱਜ ਤੁਸੀਂ ਪੁਲਿਸ ਸਟੇਸ਼ਨ ਗਏ ਹੋ, ਪੁਲਿਸ ਸਟੇਸ਼ਨ ਵੱਲੋਂ ਤੁਸੀਂ ਕਿਹਾ, ਇੰਚਾਰਜ ਨੂੰ ਕਿਹਾ ਕਿ ਆਈ ਨੀਡ few things to be added। ਤੁਹਾਡੀ ਉੱਥੇ ਅੱਜ ਹਾਲਾਂਕਿ it took you a while, ਹਾਲਾਂਕਿ it is a fight that you had to put up for that little statement, ਪਰ ਉਹ ਤੁਹਾਡੀ ਸੁਣੀ ਗਈ ਹੈ ਤਾਂ it has been a good day for you, it has been a good time for you। I think it's a beginning of good time for you। ਤੇ ਜਿਹੜੇ ਇਲਜ਼ਾਮ ਲੱਗਦੇ ਆ, ਲਾਏ ਜਾ ਰਹੇ ਆ, ਜੋ ਵੀ ਹੈ, it is quite obvious as per human nature। but ਸਾਨੂੰ ਇਸ ਟਾਈਮ ਮੈਂ ਇੱਥੇ ਬੈਠੀ ਹਾਂ, ਮੈਨੂੰ ਤੁਹਾਨੂੰ we need to think about your well-being, we need to think about your children's well-being। ਤੁਹਾਨੂੰ ਸਟਰੋਂਗ ਹੋਣਾ, ਤੁਸੀਂ ਸਟਰੋਂਗ ਹੋਗੇ ਤਾਂ ਹੀ ਬੱਚਿਆਂ ਦੀ ਤੁਸੀਂ ਟੇਕ ਕੇਅਰ ਕਰ ਸਕਦੇ ਹੋ, ਤਾਂ ਹੀ ਆਪਣੇ ਮਮਾ ਦੀ ਸਪੋਰਟ ਕਰ ਸਕਦੇ ਹੋ ਇੰਡੀਆ ਦੇ ਵਿੱਚ। ਸ਼ੀ ਨੀਡਸ ਟੂ ਨੋ ਦੈਟ ਯੂ ਆਰ ਓਕੇ। ਤਾਂ ਦੇਰ ਆਰ lot many things around you। ਤੁਸੀਂ ਉਹ ਸਾਰੀਆਂ ਚੀਜ਼ਾਂ ਦਾ ਸੈਂਟਰਲ ਪੁਆਇੰਟ ਹੋ। ਜਦੋਂ ਤੁਸੀਂ ਓਕੇ ਹੋ, ਤੁਸੀਂ ਸਟਰੋਂਗ ਹੋ, ਤੁਹਾਡੀ ਵੈਲਬੀਇੰਗ ਓਕੇ ਹੈ, ਤਾਂ ਜਿਹੜੇ ਤੁਹਾਡੇ ਆਲੇ ਦੁਆਲੇ ਦਾ ਇੱਕ ਸਰਕਲ ਹੈ ਉਹ ਵੀ ਫਲੋਰਿਸ਼ ਕਰੇਗਾ, ਉਹ ਵੀ ਪੋਜ਼ਿਟਿਵ ਹੋਏਗਾ। ਤੇ ਯੂ ਆਰ ਡੂਇੰਗ ਅ ਕਮੈਂਡੇਬਲ ਜੌਬ। ਸਾਡੇ ਸਾਈਡ ਤੇ ਮੈਸੇजेस ਆ ਰਹੇ ਹਨ, ਆਮ ਨੋਟ ਸ਼ੋਰ ਤੁਸੀਂ ਪੜ੍ਹ ਪਾ ਰਹੇ ਹੋ ਕਿ ਨਹੀਂ ਮਨਦੀਪ। people who are our friends that do not know us physically, they are congratulating you and they are telling you that you are very proud। they are telling you that you are very brave, they're telling you how strong you are। और ਇਹ ਤਾਂ ਹਲੇ ਇੱਕ ਪਲੇਟਫਾਰਮ ਦੇ ਜ਼ਰੀਏ ਹੈ।
ਤੁਸੀਂ ਦੇਖਿਓ tomorrow there'll be a brighter day for you, there'll be help for you, there'll be some support for you, definitely there will be something for you। ਰੀਜ਼ਨ ਉਹਦਾ ਪਤਾ ਕੀ ਆ? ਰੀਜ਼ਨ ਉਹਦਾ ਤੁਸੀਂ ਹੋ, ਕਿਉਂਕਿ ਤੁਸੀਂ ਸਟਰੋਂਗ ਹੋ, ਤੁਸੀਂ ਪੋਜ਼ਿਟਿਵ ਹੋ, ਤੁਸੀਂ ਬੋਲਡ ਹੋ। ਜਿਹੜੀ ਵੀ ਪੋਜ਼ਿਟਿਵ ਸਪੋਰਟ ਆਣੀ ਹੈ ਤੁਹਾਨੂੰ, ਜਿਹੜੀ ਵੀ ਸਟਰੈਂਥ ਆਣੀ ਹੈ, that is you yourself। ਮੈਂ ਤਾਂ ਹੀ ਕਹਿ ਰਹੀ ਹਾਂ ਕਿਉਂਕਿ ਮੇਰੇ ਤੋਂ ਜਿੰਨਾ ਬਣ ਸਕੂਗਾ, ਸਾਡੇ ਫਰੈਂਡਸ ਤੋਂ ਜਿੰਨਾ ਬਣ ਸਕੂਗਾ, you will be surprised ਵੀ ਜੇ ਅਸੀਂ ਥੋੜਾ ਥੋੜਾ ਕਰਕੇ ਇੱਕ ਸਪੋਰਟ ਸਿਸਟਮ ਤੁਹਾਡੇ ਲਈ ਖੜਾ ਕਰਾਂਗੇ, you will be surprised within few days you will feel a lot more stronger। ਮੇਰੇ ਵੱਲੋਂ ਜਿੰਨਾ ਹੋ ਪਾ ਰਿਹਾ ਮੈਂ ਉਹ ਗੱਲ ਕਰ ਰਹੀ ਹਾਂ, ਬਟ is there anything that you would like all people, all our community members in Melbourne, ਜੋ ਕਿ ਕੋਈ ਵੀ ਦਿਲ ਦੀ ਗੱਲ ਜਿਹੜੀ ਹੁੰਦਾ ਕਿ ਦਿਲ ਦੇ ਵਿੱਚ ਕੋਈ ਗੱਲ ਹੁੰਦੀ ਹੈ, ਮਨ ਹਲਕਾ ਹੋ ਜਾਂਦਾ ਹੈ, ਤੇ you can share it on this platform। ਇੱਕ ਹੋਰ ਮੈਸੇਜ ਤੁਹਾਡੇ ਲਈ ਆਇਆ, ਉਹਨਾਂ ਨੇ ਵੀ ਸ਼ੇਅਰ ਕੀਤਾ ਕਿ ਉਹ ਵੀ ਸੇਮ ਪ੍ਰੋਸੈਸ ਤੋਂ ਗੁਜ਼ਰ ਰਹੇ ਹਨ, and there's no need to worry, everything will be fine with time। ਤੇ ਤੁਸੀਂ ਕਿਸੇ ਵੀ time, as I mentioned, you can ring me, but is there anything that you would like in particular ਜੋ ਤੁਹਾਡੀ ਕੋਈ ਵੀ ਗੱਲ ਕਰਕੇ ਦਿਲ ਹੌਲਾ ਹੋ ਜਾਏ? You are setting an example for all of us। ਮੈਂ ਬਸ ਮੈਨੂੰ ਜਿਹੜਾ ਮੇਰਾ ਮਾਈਂਡ ਇਹ ਆ ਕਿ ਆ ਲੀਗਲੀ ਚੀਜ਼ਾਂ ਮੈਨੂੰ ਨਹੀਂ ਸਮਝ ਲੱਗਦੀਆਂ, ਉਹਦੇ ਲਈ ਮੈਂ ਹਜੇ ਤੱਕ ਮਤਲਬ ਸਮਝ ਨਹੀਂ ਪਾਈ। ਜਿੱਦਾਂ ਹੁਣ ਜਿਹੜੀ ਰਿਪੋਰਟ ਮੈਂ ਤੁਹਾਨੂੰ ਦੱਸਿਆ ਸੀ ਵੀ ਹੁਣੀ ਮੈਂ ਕਰਾ ਕੇ ਆਈ ਹਾਂ, ਉਹਦੇ 'ਚ ਮੈਂ ਤਾਂ ਉਹਨਾਂ ਨੂੰ ਦੱਸਿਆ ਸੀਗਾ ਕਿ ਵੀ ਮੇਰੇ ਹਸਬੈਂਡ ਮਤਲਬ ਕਿ ਹੁਣ ਫੋਨ ਕਰ ਰਹੇ ਆ 2 ਦਿਨਾਂ ਤੋਂ, ਵੀ ਅਪੋਲੋਜਾਈਜ਼ ਮੰਗ ਰਹੇ ਆ, ਵੀ ਜੋ ਵੀ ਜਦੋਂ ਮੇਰੇ ਨਾਲ ਲੜਦੇ ਹੁੰਦੇ ਸੀ 10-12 ਸਾਲਾਂ ਤੋਂ, ਵੀ ਜਦੋਂ ਮੇਰੀ ਮਾਂ ਨੂੰ ਵੀ ਬਹੁਤ ਪੁੱਠਾ ਸਿੱਧਾ ਬੋਲਦੇ ਸੀ, ਵੀ ਮੰਮੀ ਨੂੰ ਕਹਿੰਦੇ ਵੀ ਮੰਮੀ ਪਹਿਲਾਂ ਤਾਂ ਮਤਲਬ ਕभी ਮਤਲਬ ਬਹੁਤ ਘੱਟ ਸੁਣਿਆ ਦੇ ਮੂੰਹ ਤੋਂ ਮੇਰੀ ਮੰਮੀ ਲਈ ਮੰਮੀ। ਚਲੋ ਹੁਣ ਕਹਿੰਦੇ ਬੱਬੀ ਬਈ ਮੈਨੂੰ ਮਾਫ ਕਰ ਦੋ, ਵੀ ਮੈਂ ਜਦੋਂ ਵੀ ਮਨਦੀਪ ਨਾਲ ਲੜਦਾ ਸੀ ਵੀ ਮੈਂ ਤੁਹਾਡੇ ਲਈ ਵੀ ਗਲਤ ਬੋਲਦਾ ਸੀ, ਤੇ ਮੈਂ ਤਾਂ ਪੁਲਿਸ ਵਾਲੇ ਨੂੰ ਇਹ ਦੱਸਿਆ, ਪਰ ਪੁਲਿਸ ਵਾਲੇ ਨੇ ਪਤਾ ਨਹੀਂ ਇੱਕ ਲਾਈਨ ਕੀ ਚੇਂਜ ਕਰਤੀ। ਮੈਨੂੰ ਡਰ ਲੱਗ ਰਿਹਾ ਕਿ ਕਿਤੇ ਉਹ ਮੇਰੇ ਖਿਲਾਫ ਨਾ ਹੋ ਜਾਏ ਵੀ ਤੂੰ ਇਹ ਗਲਤ ਬੋਲਿਆ, ਜਾ ਕੇ ਉਹਦੇ 'ਚ ਮੈਂ ਇਹ ਕਿਹਾ ਸੀ ਵੀ ਉਹ ਮੇਰੀ ਮੰਮੀ ਤੋਂ ਅਪੋਲੋਜਾਈਜ਼ ਕਰ ਰਹੇ ਆ ਇਸ ਚੀਜ਼ ਨੂੰ ਲੈ ਕੇ, ਪਰ ਉਹਨਾਂ ਨੇ ਲਿਖਿਆ ਵੀ ਜੋ ਵੀ ਮੈਂ ਟ੍ਰੀਟਮੈਂਟ ਮਤਲਬ ਮਨਦੀਪ ਨੂੰ ਮਤਲਬ ਦਿੱਤਾ ਇੰਨੇ ਸਾਲਾਂ ਤੋਂ, ਕਿ ਮੈਂ ਉਹਦੇ ਲਈ ਅਪੋਲੋਜਾਈਜ਼ ਕਰ ਰਿਹਾ ਆ। ਇਹ ਮਤਲਬ ਇਹ ਮੇਰੇ ਹਜੇ ਵੀ ਮੈਨੂੰ ਬਹੁਤ ਡਿਸਟਰਬ ਕਰ ਰਹੀ। ਮੈਂ ਤੁਹਾਨੂੰ ਡਿਸਕਸ ਵੀ ਕੀਤੀ, ਤੁਸੀਂ ਕਿਹਾ ਕਿ ਕੋਈ ਇਸ਼ੂ ਨਹੀਂ ਹੈ, ਪਰ ਮੈਨੂੰ ਹਜੇ ਵੀ ਬਹੁਤ ਡਿਸਟਰਬ ਕਰ ਰਿਹਾ ਹੈ ਇਹ ਪਰਟੀਕੂਲਰ ਲਾਈਨ। ਔਰ ਬਾਕੀ ਵੀ ਉਹ ਕਹਿੰਦੇ ਕਿ ਬਈ ਮੈਂ ਮਤਲਬ ਜ਼ੀਰੋ ਤੋਂ ਸ਼ੁਰੂ ਕਰਨਾ ਚਾਹੁੰਦਾ ਆ, ਇਹ ਆ ਉਹ ਆ, ਮਤਲਬ ਮੈਂ ਮਤਲਬ ਵਿਸ਼ਵਾਸ ਨਹੀਂ ਕਰ ਪਾ ਰਹੀ ਉਸ ਬੰਦੇ ਤੇ ਕਿ ਹਾਂ ਬਈ ਮੈਂ ਕੇਸ ਵਾਪਿਸ ਲੈ ਲਾ। ਪਤਾ ਨਹੀਂ ਕਿਉਂ, ਕਿਉਂਕਿ ਹਮੇਸ਼ਾ ਤੋਂ ਏਦਾਂ ਹੀ ਹੁੰਦਾ ਆ। ਮਨਦੀਪ, ਜਿਹੜਾ ਡਾਕੂਮੈਂਟ ਦੀ ਗੱਲ ਕਰ ਰਹੇ ਹੋ, ਜਿਹੜੀ ਰਿਪੋਰਟ ਦੀ ਗੱਲ ਕਰ ਰਹੇ ਹੋ, ਅਸੀਂ ਜਦੋਂ ਵੀ ਬੋਲਦੇ ਹਾਂ, ਠੀਕ ਹੈ, ਇਟਸ ਬੀਨ 10 years ਮੈਂ ਇੱਥੇ ਆਸਟ੍ਰੇਲੀਆ 'ਚ ਹੈਗੀ ਹਾਂ, ਮੈਂ ਆਪਣੇ ਵੀ ਔਰ ਕਾਫੀ ਵਾਰੀ ਆਪਣੇ ਆਲੇ ਦੁਆਲੇ ਵੀ ਨੋਟਿਸ ਕੀਤਾ ਵੀ ਜਦੋਂ ਅਸੀਂ ਬੋਲਦੇ ਹਾਂ, ਠੀਕ ਹੈ, ਕਿਉਂਕਿ ਇੰਗਲਿਸ਼ ਇਜ਼ ਨਾਟ ਆਰ ਫਰਸਟ ਲੈਂਗੁਏਜ, ਤਾਂ ਅਸੀਂ ਪੰਜਾਬੀ ਨੂੰ ਦਿਮਾਗ ਦੇ ਵਿੱਚ ਇੰਗਲਿਸ਼ ਪਹਿਲਾਂ ਟ੍ਰਾਂਸਲੇਟ ਕਰਦੇ ਹਾਂ, ਫਿਰ ਉਹਨੂੰ ਅਸੀਂ ਲਿਖਦੇ ਹਾਂ, ਠੀਕ ਹੈ, ਜੋ ਸਾਡੇ ਦਿਮਾਗ ਦੇ ਵਿੱਚ ਜਿੱਦਾਂ ਟ੍ਰਾਂਸਲੇਟ ਹੁੰਦੀ ਆ। Obviously Australians ਨੇ English is a first language, ਤੇ ਜੋ ਤੁਹਾਡੀ ਤੁਸੀਂ ਉਹ ਕਹਿ ਰਹੇ ਹੋ ਸਟੇਟਮੈਂਟ 'ਚ ਲਿਖਿਆ, that is perfectly fine। ਮੈਂ ਜਿਵੇਂ ਤੁਹਾਨੂੰ ਪਹਿਲਾਂ ਤੁਸੀਂ ਆਪ ਹੀ ਕਹਿ ਰਹੇ ਹੋ, ਮੈਂ ਤੁਹਾਨੂੰ ਜ਼ਿਕਰ ਕੀਤਾ ਸੀ ਕਿ there is nothing to worry about। ਅਸੀਂ ਜਿੱਦਾਂ ਬੋਲਦੇ ਹਾਂ ਅਸੀਂ ਉਦਾਂ ਟ੍ਰਾਂਸਲੇਟ ਕਰਦੇ ਹਾਂ ਤੇ ਅਸੀਂ ਉਦਾਂ ਹੀ ਉਹਨੂੰ ਪੈਨ ਡਾਊਨ ਕਰਦੇ ਹਾਂ। ਹਾਂਜੀ, ਤੇ ਆਸਟ੍ਰੇਲੀਅਨ ਇੰਗਲਿਸ਼ ਦੇ ਵਿੱਚ ਉਹੀ ਚੀਜ਼ ਲਿਖੀ ਹੈ ਜੋ ਤੁਸੀਂ ਕਹੀ ਹੈ। So you do not worry from that particular point। ਜੇ ਕੋਈ ਗੱਲ I would have mentioned it and I would have suggested it। ਅਸੀਂ ਫਿਰ ਵੀ ਮੈਲਬਨ ਵੀ ਕਾਫੀ ਜਿਹੜੇ ਹੋਰ ਇਦਾਂ ਦੇ ਕਮਿਊਨਿਟੀ ਸਪੋਰਟਰਸ ਹੈ, ਆਪਾਂ ਉਹਨਾਂ ਤੋਂ ਵੀ ਇੱਕ ਵਾਰੀ ਚੈੱਕ ਕਰਵਾ ਲਾਂਗੇ। ਬਟ as far as I know, it is because said in a way ਅਸੀਂ ਇੰਗਲਿਸ਼ ਜਿਵੇਂ ਇੰਡੀਅਨ ਇੰਗਲਿਸ਼ 'ਚ ਕਿਹਾ ਤੁਸੀਂ ਤੇ ਉਹਨਾਂ ਨੇ ਆਸਟ੍ਰੇਲੀਅਨ ਇੰਗਲਿਸ਼ 'ਚ ਲਿਖਿਆ, ਤਾਂ ਅਦਰਵਾਈਜ਼ देयर इज नो इशू विद दैट। ਬਾਕੀ ਰਹੀ ਗੱਲ ਫਿਜ਼ੀਕਲ ਜਿਹੜੀ ਅਬਿਊਜ਼ ਹੈਗੀ ਆ, ਆਈ ਐਮ ਗਲੈਡ ਯੂ ਆਰ ਫਾਰ ਫਰੋਮ दैट, आई एम glad you are safe from that।
ਜਿਹੜੀ ਉਹ ਕਨਸਟੈਂਟ 10 12 ਇਅਰਸ ਦੀ ਫਿਜ਼ੀਕਲ ਅਬਿਊਜ਼ ਦੀ ਤੁਹਾਡੇ ਮਦਰ ਨੇ ਐਜ਼ ਅ ਮਾਂ ਨੇ ਆ ਕੇ ਤੁਹਾਡੇ ਘਰੇ ਕਿਤੇ ਮਾਂ ਜਦੋਂ ਜਹਾਜ਼ 'ਚ ਬੈਠੀ ਹੋਣੀ ਹੈ ਮਾਂ ਨੂੰ ਐ ਹੋਣਾ ਵੀ ਮੈਂ ਆਪਣੀ ਬੱਚੀ ਦਾ ਇੱਕ ਖੁਸ਼ਹਾਲ ਘਰ ਜਾ ਕੇ ਦੇਖਣਾ ਮੈਂ ਆਪਣੀ ਬੱਚੀ ਦੀ ਖੁਸ਼ਹਾਲ ਜ਼ਿੰਦਗੀ ਦੇਖਣੀ ਹੈ ਦੇਸ਼ੋਂ ਦੂਰ ਮੇਰੀ ਬੱਚੀ ਨੇ ਇੰਨੀ ਮਿਹਨਤ ਕਰਕੇ ਘਰ ਪਾਇਆ ਮੇਰੀ ਬੱਚੀ ਦਾ ਇੱਕ ਉਹ ਜਿਹੜੇ ਕਹਿ ਲੋ ਕਿ ਬੜਾ ਪਿਆਰਾ ਜਾਂ ਹੱਸਦਾ ਖੇਡਦਾ ਇੱਕ ਘਰ ਹੈਗਾ ਮੈਂ ਉਹ ਜਾ ਕੇ ਦੇਖਣਾ ਜਿਹੜੇ ਇੱਕ ਮਾਂ ਦੇ ਇੰਨੇ 22 ਘੰਟੇ ਦਾ ਆਪਣਾ ਸਫ਼ਰ ਹੁੰਦਾ ਜਿਹੜਾ ਇੰਡੀਆ ਦਾ ਉੱਥੋਂ ਇੱਥੇ ਆਏ ਨੇ ਤੇ ਉਹ ਇੱਥੇ ਆ ਕੇ ਉਹ ਹੋਰ ਹੀ ਨਜ਼ਾਰਾ ਦੇਖ ਰਹੇ ਆ ਕਿ ਇੱਥੇ ਮੇਰੀ ਬੱਚੀ ਫਿਜ਼ੀਕਲੀ ਅਬਿਊਜ਼ ਹੋ ਰਹੀ ਹੈ ਤੇ ਉਹ ਜਿਹੜਾ ਮਾਂ ਦਾ ਦਿਲ ਟੁੱਟਦਾ ਹੈ ਉਹ ਜਿਹੜੀ ਚੀਜ਼ ਹੈਗੀ ਉਹ ਇੱਕ ਮਾਂ ਹੀ ਸਮਝ ਸਕਦੀ ਹੈ ਬਟ ਰਾਈਟ ਨਾਓ ਐਟ ਦ ਮੋਮੈਂਟ ਯੋਰ ਮਦਰ ਇਜ਼ ਵੈਰੀ ਰਿਲੈਕਸਡ ਇਨ ਹਰ ਬ੍ਰੇਨ ਕਿ ਮੇਰੀ ਬੱਚੀ ਐਟਲੀਸਟ ਉਹ 10-12 ਸਾਲ ਦੀ ਜਿਹੜੀ ਫਿਜ਼ੀਕਲ ਅਬਿਊਜ਼ ਹੈ ਉਸ ਤੋਂ ਦੂਰ ਹੈ ਮੇਰੀ ਬੱਚੀ ਨੂੰ ਹੁਣ ਹੱਥ ਨਹੀਂ ਚੱਕਿਆ ਜਾ ਰਿਹਾ ਮੇਰੀ ਬੱਚੀ ਦੇਖੋ ਹੁਣ ਹੰਝੂ ਜੜੇ ਹੈਗੀਆਂ ਉਹ ਕੋਈ ਧੱਕੇ ਨਾਲ ਆਪਣੀ ਦਿੱਤੀ ਹੋਈ ਸੱਟ ਕਾਰਨ ਨਹੀਂ ਕੱਢ ਰਿਹਾ ਠੀਕ ਹੈ ਨਾ ਤਾਂ ਤੁਸੀਂ ਜੇ ਆਪਣੇ ਮਦਰ ਦੇ ਪੱਖੋਂ ਦੇਖੋ ਸ਼ੀ ਇਜ਼ ਵੈਰੀ ਸਟਰੋਂਗ ਐਂਡ ਸ਼ੀ ਇਜ਼ ਵੈਰੀ ਰਿਲੈਕਸਡ ਫਰਮ ਦੈਟ ਸਾਈਡ ਐਂਡ ਵਿਦ ਯੂ ਐਸ ਵੈਲ ਜੇ ਮੈਂ ਤੁਹਾਡੀ ਵੀ ਗੱਲ ਕਰਾਂ ਤਾਂ ਤੁਸੀਂ ਵੀ ਇਸ ਹਾਂਜੀ ਟਾਈਮ ਐਟਲੀਸਟ ਉਸ ਜਿਹੜੀ ਇੱਕ ਅਬਿਊਜ਼ ਤੋਂ ਦੂਰ ਹੋ ਹਾਂਜੀ with and you are safe with your kids that is one thing the other thing is ਜਿਹੜੀ emotional support ਹੈਗੀ ਆ ਉਹ ਤੁਹਾਡੇ ਬੱਚੇ ਨੇ ਤੁਹਾਡੀ emotional support ਜਿਹੜੀ ਤੁਹਾਡੇ ਮਮ ਹੈ ਪਿੱਛੇ ਇੰਡੀਆ ਦੇ ਵਿੱਚ ਤੁਹਾਡੇ ਲਈ ਔਰ ਜਿਹੜੀ financial support ਹੈ you are very well independent you working you financially supporting yourself ਇਸ ਤੋਂ ਇਲਾਵਾ ਜਿਹੜੀ ਲੀਗਲ ਸਪੋਰਟ ਹੈਗੀ ਆ ਵੀਲ ਟਰਾਈ ਗੈਟਿੰਗ ਯੂ ਦੈਟ ਲੀਗਲ ਸਪੋਰਟ ਨਹੀਂ ਮੈਂ ਹਜੇ ਜੌਬ ਤਾਂ ਨਹੀਂ ਕਰਦੀ ਸੈਂਟਰਲਿੰਗ ਤੋਂ ਆ ਫਾਈਨੈਂਸ਼ੀਅਲੀ ਸਪੋਰਟ ਤੇ ਮੈਨੂੰ ਕੁਝ ਸਪੋਰਟ ਜਿਹੜੀ ਹਾਂਜੀ ਹੈ is going on your life is going on we will make sure that whatever legal support can be provided to you in Melbourne or hoegi we try getting every possible thing again I would say you're very strong and बहुत bold हो ਤੁਸੀਂ you need that strength for that legal battle you need that strength to take care of children you need that strength when you talk to your parents ਥੈਂਕ ਯੂ ਮੈਮ all ਥੈਂਕ good ਯੂ and lots of blessings to you please do not hesitate to contact me regardless whatever time of the day it is ਕਿੰਨੇ ਸਾਡੇ ਜਿਹੜੇ ਫਰੈਂਡਸ ਨੇ ਜਿਨ੍ਹਾਂ ਨੂੰ ਮੈਂ ਫੇਰ ਕਹਿੰਨੀ ਹੈ ਜਿਨ੍ਹਾਂ ਨੂੰ ਅਸੀਂ ਫਿਜ਼ੀਕਲੀ ਨਹੀਂ ਮਿਲੇ they are sending you all these best wishes they are telling you how proud they are telling you how brave you are and you are so ਥੈਂਕ ਯੂ keep ਮੈਮ that strength in you I would definitely talk to you we will try talking to all people in Melbourne that I know of and we'll get that support for you ਥੈਂਕ ਯੂ ਸੋ ਮਚ we can ਥੈਂਕ ਯੂ ਔਰ ਮੈਂ ਬਾਕੀ ਸਾਰਿਆਂ ਨੂੰ ਇਹ ਜ਼ਰੂਰ ਅਪੀਲ ਕਰਦੀ ਹਾਂ ਕਿ ਜੇ ਤੁਸੀਂ ਕਿਤੇ ਵੀ ਹੋ ਆਸਟ੍ਰੇਲੀਆ ਦੇ ਕਿਸੇ ਵੀ ਕੋਨੇ ਚੋਂ ਔਰ ਤੁਹਾਨੂੰ ਲੱਗ ਰਿਹਾ ਹੈ ਕਿ ਤੁਸੀਂ ਕਮਿਊਨਿਟੀ ਅਪੀਲ ਕਰਨੀ ਹੈ ਪਲੀਜ਼ ਡੂ ਨਾਟ ਹੈਜ਼ਿਟੇਟ ਟੂ ਯੂਜ਼ ਮਾਈ ਪਲੇਟਫਾਰਮ hopefully there will be some support available to you regardless whatever part of Australia you are into there are amazing people around us we just have to recognize them and we just have to ask for them ਮੈਨੂੰ ਮੇਰੇ ਇੱਕ ਬਹੁਤ ਖਾਸ ਨੋਨ ਨੇ ਕਹਿੰਦੇ ਹੁੰਦੇ ਆ ਵੀ ਜਦੋਂ ਤੁਹਾਡੇ ਤਕਲੀਫ ਹੋਵੇ ਜਦ ਤੁਹਾਡੇ ਸੱਟ ਲੱਗੇ ਪੀੜ ਹੋਵੇ ਨਾ ਤਾਂ ਕੋਠੇ ਚੜ ਕੇ ਰੌਲਾ ਜ਼ਰੂਰ ਪਾਓ ਕਿ ਗਵਾਂਢੀ ਸੁਣਨ ਐਟਲੀਸਟ ਕੋਈ ਤਾਂ ਮਦਦ ਲਈ ਆਏਗਾ ਤਾਂ ਉਹ ਰੌਲਾ ਜਿਹੜਾ ਹੈਗਾ ਖਾਸ ਤੌਰ ਤੇ ਜਦੋਂ we are going through any kind of violence abuse or assault ਉਹ ਰੌਲਾ ਜ਼ਰੂਰ ਪਾਉਣਾ ਚਾਹੀਦਾ ਕਿ ਮਦਦ ਆਵੇ ਗੁਹਾਰ ਜ਼ਰੂਰ ਲਾਣੀ ਚਾਹੀਦੀ ਹੈ ਖਾਸ ਤੌਰ ਤੇ ਇਸ ਮੌਕੇ ਤੇ there are people that would definitely come forward and support you ਤੇ ਉਹ ਗੁਹਾਰ ਲਾਣੀ ਨਾ ਭੁੱਲੋ ਪਲੀਜ਼ ਆਪਣੀ ਜਿਹੜੀ inner strength ਹੈ do not forget that speak up because Saru speaks for you and Saru will definitely and constantly and continuously speak for you
and would challenge all those actions and all those stereotypical thinkings that breed stigma. Mandeep, we'll talk जी, soon. Keep that strength in you. थैंक यू मैम, थैंक यू सो मच, You're थैंक यू most सो मच welcome. एवरीवन। Thank you, everybody, and thank you for your थैंक best wishes. I would come and connect to you 8 p.m. tomorrow at Saru Speaks. Udo tak, Sat Shri Akal ji. यू एवरीवन, थैंक यू सो मच मैम, सत श्री अकाल। Sat Shri Akal.